सतनाम वाहिगुरु साहिब जी। फिरत फिरत प्रभ आया परया तो सरनाए। नानक की प्रभ बेनती अपनी भगति लाए। इच्छा पूरक सर्ब सुख दाता हर। जाकै वस है काम तिहना। सो ऐसा हर ध्याइयै मेरे जीअड़े। ता सर्ब सुख पावहि मेरे मना। जप मन सतनाम सदा सतनाम। हलत पलत मुख उजल होई है। नित ध्याइयै हर पुरख निरंजना। एक निमख जो सिमरन मह जिया। कोट दिन सलाख सदा थिर थिया। नानक कचड़िया स्यो तोड़। टूड सजन संत पक्या। होए जीवन दे विछड़े। होए मोया न जाही छोड़। बेसुमार अथाह अगनत तोलै। जो बुलाओ त्यो नानक दास बोले। सतनाम वाहिगुरु साहिब जी। गोसाई गृष्ट रूपेण सिमरणं सर्वत्र जीवनः। गोसाई गृष्ट रूपेण सिमरणं सर्वत्र जीवनः। लभद्यं संत संगेण नानक। श्वश मार्ग हर भगतनः। लभद्यं संत संगेण नानक। श्वश मार्ग हर भगतनः। वाहिगुरु जी का खालसा वाहिगुरु जी की फतेह। धन धन सतगुरु गुरु गरीब निवाज दया निध कृपा निध गुण निध करुणा निध सतगुरु श्री गुरु ग्रंथ साहिब जी दीन दयाल पातशाह। तिन्हां दी अपार मेहरामत है, दया बख्शिश है जो आप सब गुरसिख सतसंगी जन सतगुरु की बख्शिश दे पात्र बनदियां होयां गुरु की पावन पवित्र हजूरी दे विच सतसंगत रूप विच जुड़ बैठ के शब्द दे कीर्तन शब्द दी विचार दे नाल जुड़ के अपने जीवन की अध्यात्मक साधना नूं कमाउण दा यतन कर रहे हो। बड़े सुभागशाली हो। संसार दे विच जदों असी किसी चीज़ की प्राप्ति करते हाँ तां यकीनन उहदी प्राप्ति उदों सहज सुखैन ते भरपूर हो जाती है जब उस वस्त के निकट आप चले जाइए।
ਕਿਸੇ ਮਨੁੱਖ ਨੂੰ ਫੁੱਲ ਦੀ ਸੁਗੰਧੀ ਚਾਹੀਦੀ ਹੈ ਤਾਂ ਯਕੀਨਨ ਹੈ, ਜ਼ਰੂਰੀ ਹੈ ਕਿ ਉਹਨੂੰ ਕਿਸੇ ਬਾਗੀਚੇ ਦੇ ਵਿੱਚ ਜਾਣਾ ਪਏਗਾ ਜਿੱਥੇ ਫੁੱਲਾਂ ਆਦਿਕ ਦੀ ਬੜੀ ਭਰਪੂਰ ਫੁਲਵਾੜੀ ਲੱਗੀ ਹੋਵੇ। ਉੱਥੇ ਜਾਣ ਦੇ ਨਾਲ ਹੀ ਉਹਨੂੰ ਉਹ ਸਾਰੀ ਸੁਗੰਧੀ ਪ੍ਰਾਪਤ ਹੋ ਜਾਏਗੀ। ਇਸੇ ਪ੍ਰਕਾਰ ਇੱਕ ਕਿਸੇ ਹੋਰ ਪੱਧਰ ਦੀ ਵੀ ਗੱਲ ਕਰ ਲਈ ਜਾਵੇ, ਸੰਗੀਤ ਦਾ ਰਸ ਮਾਨਣਾ ਹੈ। ਇੱਕ ਸੰਗੀਤਕਾਰ ਦੇ ਪਾਸ ਜਾ ਕੇ ਕੇਵਲ ਬੈਠਣਾ ਪਏਗਾ, ਉਹਦੇ ਸਾਜ਼ ਦੀ ਜਿਹੜੀ ਧੁਨ ਹੈ, ਗਲੇ ਦਾ ਜਿਹੜਾ ਸੁਰ ਹੈ, ਉਹ ਆਪਣੇ ਆਪ ਸੰਗੀਤ ਦਾ ਰਸ ਸਾਨੂੰ ਪ੍ਰਦਾਨ ਕਰ ਦੇਗਾ। ਅਸੀਂ ਉਹਦੇ ਨਾਲ ਸਰਸ਼ਾਰ ਹੋ ਜਾਵਾਂਗੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਵੇਂ ਹਰੇਕ ਚੀਜ਼ ਦੇ ਨਿਕਟ ਬੈਠਣ ਦੇ ਨਾਲ ਹੀ ਉਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਦੀ ਮਿਹਰਾਮਤ, ਸਤਿਗੁਰੂ ਕੀ ਹਜ਼ੂਰੀ ਵਿੱਚ ਬੈਠਣ ਦੇ ਨਾਲ ਪ੍ਰਾਪਤ ਹੁੰਦੀ ਹੈ। ਅਤੇ ਜਿਨ੍ਹਾਂ ਨੂੰ ਇਹ ਕਰਮ ਕਰਨਾ ਆਉਂਦਾ ਹੈ ਉਹੀ ਅਸਲ ਦੇ ਵਿੱਚ ਸਤਿਗੁਰੂ ਕੀ ਮਿਹਰਾਮਤ ਦੇ ਪਾਤਰ ਬਣਦੇ ਹਨ। ਉਹੀ ਫਿਰ ਭਾਵੇਂ ਉਹਨਾਂ ਦੇ ਜੀਵਨ ਵਿੱਚ ਸੰਸਾਰਿਕ ਨੁਕਤਿਆਂ ਤੋਂ ਕੋਈ ਬੜੀ ਭਰਪੂਰਤਾ ਨਾ ਦੇਖੀ ਜਾਵੇ, ਪਰ ਗੁਰੂ ਨਦਰ ਦੇ ਵਿੱਚ ਉਹੀ ਮਿਹਰਾਮਤ ਵਾਲੇ, ਕਿਰਪਾ ਵਾਲੇ, ਰਹਿਮਤ ਵਾਲੇ, ਬਖਸ਼ਿਸ਼ ਵਾਲੇ ਗਿਣੇ ਜਾਣਗੇ ਜਿਨ੍ਹਾਂ ਨੂੰ ਸਤਿਗੁਰੂ ਕੇ ਨਿਕਟ ਬੈਠ ਕੇ, ਸਤਿਗੁਰੂ ਕੀ ਗੋਦ ਵਿੱਚ ਬੈਠ ਕੇ ਸਤਿਗੁਰੂ ਕੇ ਅੰਮ੍ਰਿਤਮਈ ਉਪਦੇਸ਼ ਦਾ, ਅੰਮ੍ਰਿਤਮਈ ਬਾਣੀ ਦਾ ਰਸ ਆਨੰਦ ਮਾਣਨਾ ਆਉਂਦਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਰੋਜ਼ਾਨਾ ਕਮਾ ਕੇ ਆਪਣੇ ਜੀਵਨ ਦੀ ਅਮੋਲਕ ਕਾਰ ਨੂੰ ਕਮਾਉਂਦਿਆਂ ਹੋਇਆਂ ਸਫਲ ਹੋਣ ਦਾ ਯਤਨ ਕਰਦੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨః। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਰਤ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਸ ਪਰਮੇਸ਼ਰ ਨੂੰ ਭਗਤ ਵਸ਼ਲ, ਅਨਾਥ ਨਾਥ, ਤਰਨ ਤਾਰਨ, ਸਭ ਜਗ੍ਹਾ ਰੱਖਿਅਕ ਆਖਿਆ ਜਾਂਦਾ ਹੈ, ਉਹਦੇ ਆਸਰੇ ਨੂੰ ਕਿਵੇਂ ਮਹਿਸੂਸ ਕੀਤਾ ਜਾਵੇ, ਉਹਦੇ ਕੀ ਪ੍ਰਮਾਣ ਹਨ। ਤਾਂ ਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਵਿੱਚ 4 ਨੁਕਤਿਆਂ ਦੁਆਰਾ ਪਰਮੇਸ਼ਰ ਦੀ ਵਿਆਪਕ ਹੋਂਦ ਦ੍ਰਿੜ ਕਰਵਾ ਕੇ, ਉਹਦੀ ਸੱਤ ਹਸਤੀ ਦਾ ਬੋਧ ਕਰਵਾ ਕੇ ਸਾਨੂੰ ਉਹਦੇ ਅਟਲ ਵਿਆਪਕ ਆਸਰੇ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ ਅਤੇ ਵਿਸ਼ਵਾਸ ਬੰਧਾਇਆ ਸੀ। ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਸ਼ਯੰਤ ਤਰੰਗ ਤੋਇਣਹ। ਭਾਵ ਕਿ ਜਿਵੇਂ ਮੰਨਿਆ ਜਾਂਦਾ ਹੈ ਕਿ ਧਰਤੀ 'ਤੇ 3 ਗੁਣਾ ਪਾਣੀ ਹੈ, ਕੇਵਲ 1 ਗੁਣਾ ਹੀ ਧਰਤੀ ਹੈ। ਇਤਨਾ ਵੱਡਾ ਪਾਣੀ ਦਾ ਆਲਮ ਹੁੰਦਿਆਂ ਹੋਇਆਂ ਵੀ ਉਹ ਜਿਹੜਾ ਪਾਣੀ ਹੈ ਉਹ ਧਰਤੀ ਨੂੰ ਖੋਰਦਾ ਨਹੀਂ। ਲੱਕੜ ਦੇ ਵਿੱਚ ਵਿਆਪਕ ਅੱਗ ਜਿਹੜੀ ਹੈ ਉਹ ਲੱਕੜਾਂ ਨੂੰ ਸਾੜਦੀ ਨਹੀਂ। ਗਰਭ ਦੇ ਵਿੱਚ ਜਠਰ ਅਗਨੀ ਵਿੱਚ ਬਣ ਰਹੀ ਰਚਨਾ ਜਠਰ ਅਗਨੀ ਕਰਕੇ ਖੁਰਦੀ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ 3-4 ਨੁਕਤਿਆਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਸ ਪਰਮੇਸ਼ਰ ਨੇ ਜਿਹੜਾ ਸੰਸਾਰ ਦਾ ਸਾਰਾ ਸੰਗਰਾਮ ਪ੍ਰਪੰਚ ਰਚਿਆ ਹੈ ਆਪਣੀ ਮਾਇਆ ਰੂਪ ਦੇ ਵਿੱਚ, ਉਹ ਫਿਰ ਜੇ ਜੀਵ ਨੂੰ ਉਹਦੀ ਸਿਮਰਤੀ ਆ ਜਾਵੇ, ਉਹਦਾ ਓਟ ਆਸਰਾ ਮਹਿਸੂਸ ਹੋ ਜਾਵੇ, ਤਾਂ ਸੰਸਾਰ ਦੀਆਂ ਲਹਿਰਾਂ ਉਹਨੂੰ ਕੁਝ ਵੀ ਨਹੀਂ ਵਿਆਪ ਸਕਦੀਆਂ। ਸੋ ਕੱਲ੍ਹ ਵਾਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਅੱਜ ਦੇ ਸਰੂਪ ਅਗਲੇ ਸ਼ਲੋਕ ਵਿੱਚ ਵੀ ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਪਰਮ ਸਰੂਪ ਦੀ ਆਰਾਧਨਾ ਕਰਦਿਆਂ ਹੋਇਆਂ, ਚਿੱਤਰਿਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਹਨ। ਗੁਸਾਈ ਗ੍ਰਿਸ਼ਟ ਰੂਪੇਣ ਸਿਮਰਨ ਸਰਬਤਰ ਜੀਵਨ। ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਅਕਾਲ ਪੁਰਖ ਦੀ ਸਿਮਰਤੀ ਨੂੰ ਮਨੁੱਖ ਨੇ ਆਪਣੀ ਹਿਰਦੇ ਅੰਦਰ ਵਸਾਉਣਾ ਹੈ, ਆਪਣੇ ਚਿੰਤਨ ਦਾ ਹਿੱਸਾ ਬਣਾਉਣਾ ਹੈ,
ਆਪਣੀ ਆਰਾਧਨਾ ਦੇ ਵਿੱਚ ਸ਼ਾਮਲ ਕਰਨਾ ਹੈ, ਉਸ ਦੇ ਸਰੂਪ ਬਾਰੇ ਕਥਦਿਆਂ ਹੋਇਆਂ ਗੁਰੂ ਸਾਹਿਬ ਜੀ ਫਰਮਾਉਂਦੇ, ਗੁਸਾਈ ਗ੍ਰਿਸ਼ਟ। ਗੁਸਾਈ ਦਾ ਭਾਵ ਆਤਮ ਰੂਪ ਹੋ ਕੇ ਜੋ ਸਾਡਾ ਸਾਰਿਆਂ ਦਾ ਮਾਲਕ ਹੈ। ਗ੍ਰਿਸ਼ਟ ਦਾ ਭਾਵ ਅਤ ਭਾਰੀ। ਰੂਪੇਣ ਦਾ ਭਾਵ ਜਿਹਦੇ ਭਾਰੀ ਸਰੂਪ ਨੂੰ ਅਸੀਂ ਕੁਦਰਤ ਦੁਆਰਾ ਜ਼ਾਹਰਾ ਜ਼ਹੂਰ ਸਰੂਪ ਵਿੱਚ ਦੇਖਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਸਿਮਰਨ ਸਰਬੱਤਰ ਜੀਵਨ। ਉਸ ਭਾਰੀ ਸਰੂਪ ਨੂੰ ਸਾਰੇ ਹੀ ਸੰਸਾਰ ਦੇ ਜੀਵ ਆਰਾਧਦੇ ਹਨ ਅਤੇ ਇਹੀ ਸਿਮਰਨਮਈ ਯਾਦ ਸਾਰੇ ਜੀਵਾਂ ਦਾ ਆਧਾਰ ਆਸਰਾ ਹੈ। ਜੇ ਇਸ ਵਾਕ ਦੀ ਗੁਹਜ ਵਿਚਾਰ ਕਰਨ ਦਾ ਯਤਨ ਕਰੀਏ ਤਾਂ ਸਾਨੂੰ ਪਹਿਲਾਂ ਸਭ ਤੋਂ ਇਹ ਸਪਸ਼ਟ ਹੋਣਾ ਚਾਹੀਦਾ ਕਿ ਉਹ ਪਰਮੇਸ਼ਰ ਦਾ ਭਾਰਾ ਸਰੂਪ ਕਿਵੇਂ ਹੈ, ਉਹ ਕਿਸ ਪ੍ਰਕਾਰ ਕਰਕੇ ਭਾਰੀ ਕਿਹਾ ਜਾਂਦਾ ਹੈ। ਆਮ ਕਰਕੇ ਅਸੀਂ ਭਾਰੀ ਸ਼ਬਦ ਉਹਦੇ ਲਈ ਵਰਤਦੇ ਹਾਂ ਜਿਹੜਾ ਤੋਲ ਮਾਪ ਤੋਂ ਬਾਹਰ ਹੋਵੇ ਜਾਂ ਜਿਹਦਾ ਬੜਾ ਵੱਡਾ ਪਸਾਰ ਹੋਵੇ, ਚਾਹੇ ਗਿਣਤੀ ਕਰਕੇ, ਚਾਹੇ ਮਾਪਣ ਕਰਕੇ, ਚਾਹੇ ਤੋਲ ਕਰਕੇ, ਕਿਸੇ ਵੀ ਢੰਗ ਕਰਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ। ਹੁਣ ਇਹਦੇ ਲੜੀਵਾਰ ਨੁਕਤੇ ਬਣਦੇ ਹਨ ਜੇ ਮਨੁੱਖ ਇਸ ਨੂੰ ਗੁਹਜ ਨਾਲ ਵਿਚਾਰੇ। ਸਭ ਤੋਂ ਪਹਿਲਾਂ ਸੰਸਾਰ ਨੂੰ ਸਿਰਜਿਤ ਕਰਨ ਵਾਲੀ ਹਸਤੀ ਜਦ ਅਕਾਲ ਪੁਰਖ ਨੂੰ ਸਿਰਜਕ ਰੂਪ ਦੇ ਵਿੱਚ ਦੇਖਾਂਗੇ ਤਾਂ ਹੈਰਾਨਗੀ ਆਏਗੀ ਕਿ ਜਿੱਥੇ ਮਨੁੱਖਾਂ ਦੀ ਸਿਰਜਣਾ ਉਹਦੀ ਹਸਤੀ ਤੋਂ ਹੋ ਰਹੀ ਹੈ, ਕੁੱਲ ਬਨਸਪਤੀ ਵੀ ਉਹਦੇ ਤੋਂ ਉਪਜਦੀ ਹੈ, ਕੁੱਲ ਬ੍ਰਹਿਮੰਡਾਂ ਦੀ ਸਾਜਣਾ ਵੀ ਉਹਦੇ ਤੋਂ ਹੁੰਦੀ ਹੈ, ਅਤੇ ਪਾਤਾਲ ਲੋਕ ਦੇ ਜੀਵ, ਆਕਾਸ਼ ਲੋਕ ਦੇ ਜੀਵ, ਇਹ ਵੀ ਸਾਰੇ ਉਹਦੇ ਤੋਂ ਹੀ ਨਿਰਮਿਤ ਹੁੰਦੇ ਹਨ। ਜਦੋਂ ਇਸ ਸਰੂਪ ਨੂੰ ਚਿਤਵਾਂਗੇ ਤਾਂ ਫਿਰ ਉਸ ਭਾਰੀ ਪਰਮੇਸ਼ਰ ਦੇ ਗੁਣਾਂ ਦਾ ਬੋਧ ਹੋਏਗਾ ਕਿ ਸਾਰੀ ਰਚਨਾ ਉਹਦੇ ਤੋਂ ਹੀ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਫਰਮਾਨ ਕਹਿੰਦੇ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ, ਕੀਤਾ ਪਸਾਓ ਏਕੋ ਕਵਾਓ। ਜਾਂ ਆਸਾ ਦੀ ਵਾਰ ਦੇ ਵਿੱਚ ਬਾਣੀ ਦੇ ਵਿੱਚ ਪੜ੍ਹਦੇ ਹਾਂ ਅਸੀਂ ਰੋਜ਼ਾਨਾ, ਆਪ ਪੀਨੈ ਆਪ ਸਾਜਕੈ ਆਪ ਪੀਨੈ ਰਚਿਓ ਨਾਉ। ਕਿ ਪਹਿਲਾ ਉਹਦਾ ਪ੍ਰਤੱਖ ਗੁਣ ਹੈ ਉਹਦੇ ਭਾਰੀ ਹੋਣ ਦਾ, ਕਿ ਉਹ ਸਗਲ ਸੰਸਾਰ ਦਾ ਸਿਰਜਕ ਹੈ। ਔਰ ਦੂਜੀ ਗੱਲ, ਦੂਜਾ ਨੁਕਤਾ, ਕੇਵਲ ਸਿਰਜਕ ਨਹੀਂ ਹੈ, ਪ੍ਰਤਪਾਲਕ ਵੀ ਹੈ। ਪ੍ਰਤਪਾਲਕ ਦਾ ਭਾਵ ਕਿਵੇਂ ਦਾ ਵੀ ਰਚਨਾ ਹੈ। ਇੱਥੋਂ ਤੱਕ ਕਿ ਚਮਗਾਦੜ ਵਰਗੇ ਜਾਨਵਰ, ਵਿਸ਼ਟਾ ਕਿ ਕੀੜੇ ਵਰਗੇ ਜਿਹੜੇ ਜੀਵ ਹਨ, ਉਹਨਾਂ ਦੇ ਵੀ ਰਿਜ਼ਕ ਦੀ ਪ੍ਰਤਪਾਲਣਾ ਉਸ ਅਕਾਲ ਪੁਰਖ ਨੇ ਆਪਣੇ ਹੁਕਮੀ ਨੇਮ ਦੇ ਵਿੱਚ ਵਿਆਪਕ ਰੱਖ ਕੇ ਕੀਤੀ ਹੋਈ ਹੈ। ਤਾਂ ਇਸੇ ਪ੍ਰਕਾਰ ਇਕੱਲਾ ਸਿਰਜਕ ਨਹੀਂ, ਪ੍ਰਤਪਾਲਕ ਵੀ ਹੈ। ਔਰ ਪ੍ਰਤਪਾਲਕ ਦੇ ਵਿੱਚ ਵੀ ਇੱਕ ਬਾਰੀਕੀ ਹੈ ਕਿ ਉਹ ਪ੍ਰਤਪਾਲਕ ਅੰਤਰ ਵਿਆਪਕ ਹੈ। ਜਿਵੇਂ ਸੰਸਾਰ ਦੇ ਵਿੱਚ ਕੋਈ ਕਾਰੀਗਰ ਕੋਈ ਵਸਤ ਘੜਦਾ ਹੈ, ਉਹਦੀ ਘੜੀ ਹੋਈ ਵਸਤ ਕਿਤੇ ਦੂਰ ਦੇਸ਼ ਵਿੱਚ ਪਈ ਹੈ ਅਤੇ ਮੰਨ ਲਓ ਉਹਦੀ ਘੜੀ ਹੋਈ ਵਸਤ ਨੂੰ ਕੋਈ ਮੁਸ਼ਕਿਲ ਆ ਜਾਏ, ਉਹਦੀ ਘੜੀ ਹੋਈ ਵਸਤ ਅਰਦਾਸ ਕਰੇ ਅਤੇ ਕਾਰੀਗਰ ਤੱਕ ਨਹੀਂ ਪਹੁੰਚੇਗੀ, ਕਿਉਂਕਿ ਕਾਰੀਗਰ ਅਤੇ ਉਹਦੀ ਕਿਰਤ ਵੱਖੋ ਵੱਖਰੀ ਹੋ ਗਈ ਹੈ। ਪਰ ਅਕਾਲ ਪੁਰਖ ਐਸਾ ਭਾਰੀ ਸਰੂਪ ਹੈ ਕਿ ਸਾਰੀ ਸਿਰਜਣਾ ਵੀ ਕੀਤੀ ਹੈ ਅਤੇ ਉਸ ਸਿਰਜਣਾ ਦੇ ਅੰਦਰ ਅਤੇ ਉਹਦੇ ਬਾਹਰ, ਜਿਵੇਂ ਗੁਰਬਾਣੀ 'ਚ ਦੋ ਸ਼ਬਦ ਆਉਂਦੇ ਨੇ, ਬ੍ਰਹਮ ਅਤੇ ਪਾਰ ਬ੍ਰਹਮ। ਪਾਰ ਬ੍ਰਹਮ ਸਰੂਪ ਦਾ ਭਾਵ ਜਦ ਸਾਡੇ ਅੰਦਰ ਆਤਮ ਪ੍ਰਕਾਸ਼ ਹੁੰਦਾ ਹੈ ਤਾਂ ਉਦੋਂ ਕੇਵਲ ਬ੍ਰਹਮ ਸਰੂਪ ਹੁੰਦਾ ਹੈ, ਪਰ ਉਹ ਆਪਣੀ ਇੱਕ ਚੇਤਨ ਹੋਂਦ ਨੂੰ ਸਾਡੇ ਜੀਵਨ ਤੋਂ ਬਾਹਰ ਵੀ ਰੱਖਦਾ। ਜੇ ਇਕੱਲਾ ਬ੍ਰਹਮ ਹੋ ਜਾਏ ਤਾਂ ਫਿਰ ਸਾਡੀ ਅਰਦਾਸ ਕੌਣ ਸੁਣੇਗਾ ਜਾਂ ਸਾਡੇ ਅੰਤਰ ਦੀਆਂ ਕਿਰਿਆਵਾਂ ਨੂੰ ਕੌਣ ਨੋਟ ਕਰੇਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਪਾਰ ਬ੍ਰਹਮ ਸਰੂਪ ਵੀ ਹੈ। ਭਾਵ ਕਿ ਜਦੋਂ ਉਹਦੀ ਰਚੀ ਹੋਈ ਰਚਨਾ ਕਿਸੇ ਸੰਕਟ ਦੇ ਵਿੱਚ ਜਾਂ ਕਿਸੇ ਵਿਘਨ ਦੇ ਸਹਿਤ ਹੋ ਜਾਂਦੀ ਹੈ ਤਾਂ ਜੀਵ ਦੀ ਆਤਮ ਰੂਪ ਦੇ ਵਿੱਚ ਇਕਾਗਰ ਹੋ ਕੇ ਕੀਤੀ ਹੋਈ ਅਰਦਾਸ ਪਾਰ ਬ੍ਰਹਮ ਰੂਪ ਦੇ ਵਿੱਚ ਵੀ ਸੁਣੀ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਰੂਪ ਦੇ ਵਿੱਚ ਪ੍ਰਤਪਾਲਕ ਹੈ। ਇਸ ਤੋਂ ਅੱਗੇ ਪ੍ਰਤਪਾਲਕ ਤੋਂ ਬਾਅਦ ਉਹ ਸਫੁਰ ਚੇਤਨ ਹੈ। ਸਫੁਰ ਚੇਤਨ ਦਾ ਭਾਵ ਇਹ ਹੈ ਕਿ ਜਿਵੇਂ ਹਸਪਤਾਲ ਦੇ ਵਿੱਚ ਆਕਸੀਜਨ ਤਾਂ ਹੈ, ਪਰ ਉਹ ਆਕਸੀਜਨ ਦੇ ਨਾਲ ਜੀਵਨ ਉਨਾ ਚਿਰ ਤੱਕ ਹੀ ਬਣਿਆ ਜਾ ਸਕਦਾ ਹੈ ਜਦ ਤੱਕ ਪ੍ਰਾਣਾਂ ਦਾ ਆਧਾਰ ਸਰੀਰ ਦੇ ਵਿੱਚ ਚੱਲ ਰਿਹਾ। ਇਹ ਨਹੀਂ ਕਿ ਅਗਰ ਬਹੁਤ ਵੱਡੇ ਸਿਲੰਡਰ ਉਹਨਾਂ ਭਰ ਲਏ ਨੇ ਅਤੇ ਸਾਰੇ ਨਗਰ ਨੂੰ ਜਿਹੜੇ ਮਰੀਜ਼ ਨੇ, ਜਿਹੜੇ ਮ੍ਰਿਤੂ ਵੀ ਹੋ ਚੁੱਕੇ ਨੇ, ਉਹਨਾਂ ਨੂੰ ਵੀ ਆਕਸੀਜਨ ਦੇ ਨਾਲ ਜੀਵੰਤ ਕਰ ਸਕਦੇ ਨਹੀਂ। ਪ੍ਰਾਣਾ ਆਧਾਰ ਕਰਕੇ ਉਹ ਸਫੁਰ ਚੇਤਨ ਸਰੂਪ ਹੈ। ਭਾਵ ਕਿ ਜਿੰਨਾ ਚਿਰ ਉਹਦੀ ਪ੍ਰਾਣਾ ਜਿਹੜੀ ਆਧਾਰ ਸਾਡੇ ਜੀਵਨ 'ਚ ਚੱਲਦਾ ਹੈ ਉਤਨਾ ਚਿਰ ਜੀਵਨ ਦੀ ਗਤੀਸ਼ੀਲਤਾ ਬਣੀ ਰਹਿੰਦੀ। ਇਸ ਕਰਕੇ ਸਾਰੇ ਜਗਤ ਨੂੰ ਉਹਨੇ ਪ੍ਰਾਣ ਰੂਪ ਦੇ ਵਿੱਚ ਥੰਮਿਆ ਹੋਇਆ ਹੈ।
ਇਹ ਕੇਵਲ ਮਨੁੱਖਾਂ ਦੇ ਪੱਧਰ 'ਤੇ ਨਹੀਂ, ਬਨਸਪਤੀ ਵੀ ਸਾਹ ਲੈਂਦੀ ਹੈ। ਹੈਰਾਨਗੀ ਦੀ ਗੱਲ ਇਹ ਹੈ, ਵਿਗਿਆਨਕ ਤਾਂ ਇੱਥੋਂ ਤੱਕ ਵੀ ਆਖਦੇ ਹਨ ਕਿ ਜਿਹੜੀਆਂ ਵੱਡੀਆਂ ਵੱਡੀਆਂ ਚਟਾਨਾਂ ਜਿਨ੍ਹਾਂ ਦੀ ਆਜੂ 2-2 3-3 ਹਜ਼ਾਰ ਸਾਲ ਹੈ, ਉਹਨਾਂ ਦੇ ਅੰਦਰ ਵੀ ਸਵਾਸ ਪ੍ਰਕਿਰਿਆ ਬੜੀ ਹੌਲੀ ਰੂਪ ਦੇ ਵਿੱਚ ਚੱਲਦੀ ਹੈ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਾਣ ਰੂਪ ਸੱਤਾ ਕਰਕੇ ਟਿਕਾਇਆ ਹੋਇਆ। ਇਹ ਤੀਜਾ ਨੁਕਤਾ ਹੈ। ਚੌਥਾ ਨੁਕਤਾ ਹੈ, ਉਹ ਸਾਰਿਆਂ ਜੀਵਾਂ ਦਾ ਵਿਆਪਕ ਰੱਖਿਅਕ ਵੀ ਹੈ। ਵਿਆਪਕ ਰੱਖਿਅਕ ਦਾ ਭਾਵ ਹੈ ਕਿ ਪਹਿਲਾਂ ਤਾਂ ਉਹ ਸਭ ਜਗ੍ਹਾ ਸਦੀਵ ਵਿਆਪਕ ਹੈ। ਜਦੋਂ ਜੀਵ ਦੇ ਸਾਰੇ ਵਸੀਲੇ ਬਿਨਸ ਜਾਣ, ਕੋਈ ਉਹਦੇ ਆਸਰੇ ਦੀ ਹੋਂਦ ਬਾਕੀ ਨਾ ਰਹੇ, ਤਾਂ ਕੇਵਲ ਉਸ ਪਰਮੇਸ਼ਰ ਦਾ ਯਾਦ ਆਵੇ, ਤਾਂ ਉਹ ਵਿਆਪਕ ਹੋਂਦ ਉਹਦੀ ਰੱਖਿਆ ਦਾ ਸੰਕੇਤ ਬਣਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਗੁਸਾਈ ਗ੍ਰਿਸ਼ਟ ਰੂਪੇਣ, ਇੰਨੇ ਰੂਪਾਂ ਕਰਕੇ ਉਸ ਭਾਰੀ ਮਾਲਕ ਦਾ ਬੋਧ ਹੁੰਦਾ। ਗੁਰਬਾਣੀ ਦੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅਤ ਉੱਚਾ ਤਾਕਾ ਦਰਬਾਰਾ, ਕਿ ਉਹਦਾ ਦਰਬਾਰ ਇੰਨਾ ਵੱਡਾ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤਾਂ ਰਵਿੰਦਰ ਨਾਥ ਟੈਗੋਰ ਨੇ ਆਪਣੇ ਇੱਕ ਪੁਸਤਕ ਦੇ ਵਿੱਚ ਲਿਖਿਆ ਹੈ ਕਿ ਜੋ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਅਕਾਲੀ ਸੁਰਤ ਦੀ ਸਭ ਤੋਂ ਉੱਚਾ ਜਿਹੜਾ ਅਨੁਭਵ ਹੈ, ਉਹ ਗੁਰੂ ਨਾਨਕ ਸਾਹਿਬ ਜੀ ਨੇ ਇਸ ਪੌੜੀ ਅੰਦਰ ਸਮਾਇਆ। ਉਹਨੂੰ ਗੋਹਜ ਦੇ ਨਾਲ ਵਾਚੋ। ਗੁਸਾਈ ਗ੍ਰਿਸ਼ਟ ਦਾ ਹੀ ਸਾਰਾ ਚਿੱਤਰ ਉਸ ਪੌੜੀ ਦੇ ਵਿੱਚ ਸਮਾਇਆ ਹੋਇਆ। ਗੁਰੂ ਸਾਹਿਬ ਜੀ ਕਿੱਡਾ ਕਿੱਡਾ ਵੱਡਾ ਜ਼ਿਕਰ ਕਰਦੇ ਹਨ, ਗਾਵਨ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ, ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ, ਗੁਸਾਈ ਗ੍ਰਿਸ਼ਟ ਰੂਪੇਣ, ਉਹ ਭਾਰੀ ਮਾਲਕ ਸਾਡੇ ਸਭਨਾਂ ਦੇ ਸਾਹਮਣੇ ਵਿਆਪਕ ਹੈ। ਬਸ ਦਰਕਾਰ ਇਤਨਾ ਹੈ ਕਿ ਉਹਦੀ ਹਸਤੀ ਦਾ ਬੋਧ ਕਰਨ ਦੇ ਲਈ ਸਾਨੂੰ ਆਪਣੀ ਬੁੱਧੀ ਦਾ ਚਿੰਤਨ ਕਰਨਾ ਪਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ। ਹੁਣ ਇਸੇ ਪ੍ਰਕਾਰ 3 ਨੁਕਤਿਆਂ ਕਰਕੇ ਵਿਚਾਰ ਕੀਤੀ ਹੈ। ਚੌਥਾ ਨੁਕਤਾ ਉਸ ਭਾਰੀ ਮਾਲਕ ਸਰੂਪ ਦਾ ਇਹ ਬਣਦਾ ਹੈ ਕਿ ਜਦੋਂ ਰਚਨਾ ਸਾਚ ਲੈਂਦਾ ਹੈ, ਰਚਨਾ ਨੂੰ ਪ੍ਰਤਪਾਲਦਾ ਵੀ ਹੈ, ਰਚਨਾ ਦਾ ਨਾਸ਼ ਵੀ ਕਰਦਾ ਹੈ, ਅਤੇ ਉਹਦੀ ਰਚਨਾ ਦਾ ਇਹ ਸਾਰਾ ਸਿਲਸਿਲਾ ਬਣਨ ਦੇ ਵਿੱਚ ਕੋਈ ਜੁੱਗਾ ਨਹੀਂ ਲੱਗਦੇ। ਸੁਖਮਨੀ ਸਾਹਿਬ ਦੀ ਬਾਣੀ ਦੇ ਵਚਨ, ਹਰਨ ਭਰਨ ਜਾ ਕਾ ਨੇਤਰ ਫੋਰ, ਭਾਵ ਕਿ ਇਹ ਸਾਰੀ ਰਚਨਾ ਨੂੰ ਉਹ ਇੱਕ ਪਲ ਦੇ ਵਿੱਚ ਸਮੇਟਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਵੀ ਗੁਣ ਕਰਕੇ, ਦੂਜਾ ਗੁਣ ਨਿੱਧ ਸਰੂਪ ਕਰਕੇ। ਹੁਣ ਜਿਤਨਾ ਮਨੁੱਖਤਾ ਦੇ ਕੋਲ ਅੱਜ ਅਕਲ ਹੈ, ਮਨੁੱਖਤਾ ਦੇ ਕੋਲ ਅਕਲ ਦੇ ਜਿਤਨੇ ਆਯਾਮ ਨੇ, ਅਕਲ ਦੀਆਂ ਜਿਤਨੀਆਂ ਵਿਧੀਆਂ ਨੇ, ਸਿਆਣਪ ਦੀਆਂ ਜਿਤਨੀਆਂ ਉਹਦੇ ਕੋਲ ਵਿਧੀਆਂ ਨੇ, ਇਹ ਸਾਰੀਆਂ ਕਿੱਥੋਂ ਨਿਰਮਿਤ ਹੋਈਆਂ ਨੇ? ਇਹ ਸਾਰੀਆਂ ਕੁਦਰਤ ਦੇ ਵਿੱਚ ਵਿਆਪਕ ਜੋ ਮਾਲਕ ਦਾ ਨਾਮ ਸਰੂਪ ਹੈ। ਜਦੋਂ ਜਦੋਂ ਉਹਦਾ ਮਨੁੱਖ ਨੂੰ ਬੋਧ ਹੁੰਦਾ ਗਿਆ, ਉਦੋਂ ਉਦੋਂ ਮਨੁੱਖ ਦੀ ਜਿਹੜੀ ਅਕਲ ਹੈ ਉਹ ਪ੍ਰਗਟ ਹੁੰਦੀ ਗਈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ, ਜਦੋਂ ਮਨੁੱਖ ਨੂੰ ਧਰਤੀ ਦੇ ਇਸ ਗੁਣ ਦਾ ਬੋਧ ਹੋਇਆ ਕਿ ਇਹ ਪ੍ਰਤਪਾਲਣ ਵਧਣ ਫੁਲਾਉਣ ਵਾਲੀ ਚੀਜ਼ ਹੈ, ਅਤੇ ਉਹਨੇ ਕੁਦਰਤ ਦੇ ਇਸ ਫਲੀਭੂਤ ਗੁਣ ਵਾਲੇ ਨੂੰ ਬੁੱਝ ਕੇ ਇਹਦੇ ਵਿੱਚ ਆਪਣੀ ਜਿਹੜੀ ਖੇਤੀ ਆਦਿਕ ਦਾ ਸਿਲਸਿਲਾ ਸ਼ੁਰੂ ਕੀਤਾ। ਤਾਂ ਇਸੇ ਪ੍ਰਕਾਰ ਫਿਰ ਉਹਦੇ ਗੁਣ ਨਿੱਧ ਸਰੂਪ ਨੂੰ ਬੁੱਝਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦੋਂ ਹਵਾ ਦੀ ਸਰਸਰਾਹਟ ਦੇਖੀ ਅਤੇ ਉਹੀ ਨਾਦ ਉਹਨਾਂ ਨੇ ਆਪਣੀ ਦੇਹੀ ਅੰਦਰ ਮਹਿਸੂਸ ਕੀਤਾ, ਤਾਂ ਫਿਰ ਸਾਜ ਬਣਿਆ। ਕਦੇ ਆਪ ਜੀ ਜਿਹੜੀ ਵਿਸ਼ਨੂੰ ਨਾਰਾਇਣ ਭਾਤਖੰਡੇ ਨੇ ਨਾ, ਸੰਗੀਤ ਸ਼ਾਸਤਰ ਦਾ ਗ੍ਰੰਥ ਲਿਖਿਆ ਹੈ, ਬੜਾ ਵੱਡਾ ਗ੍ਰੰਥ ਹੈ। ਤਾਂ ਉਹਦੇ ਵਿੱਚ ਉਹਨੇ ਸਾਜ਼ਾਂ ਦੀ ਉਤਪਤੀ ਦੱਸੀ ਹੈ ਕਿ ਕਿਵੇਂ ਹਵਾ ਵਾਲੇ ਸਾਜ਼ ਕਿਵੇਂ ਬਣੇ, ਤੰਤੀ ਸਾਜ਼ ਕਿਵੇਂ ਬਣੇ, ਖੜਾਕ ਵਾਲੇ ਸਾਜ਼ ਕਿਵੇਂ ਬਣੇ, ਤਲੇ ਵਾਲੇ ਸਾਜ਼ ਕਿਵੇਂ ਬਣੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਉਹ ਸਾਰੇ ਸੰਗੀਤ ਜਿਤਨੇ ਬਾਹਰੀ ਰੂਪ ਦੇ ਵਿੱਚ ਸੰਗੀਤ ਸਾਜ਼ ਨਿਰਮਿਤ ਕੀਤੇ ਹਨ, ਉਹਨਾਂ ਸਾਰਿਆਂ ਦੀ ਜਦੋਂ ਦੇਹੀ ਨਾਦ ਦੇ ਵਿੱਚ ਮਨੁੱਖ ਨੇ ਸੰਗੀਤ ਸੁਣਿਆ, ਅਤੇ ਫਿਰ ਉਹਨਾਂ ਨੂੰ ਸਾਜ਼ ਦੇ ਵਿੱਚ ਸਾਕਾਰ ਰੂਪ ਦਿੱਤਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣ ਨਿੱਧ ਹੈ। ਅੱਗੇ ਫਰਮਾਉਂਦੇ ਨੇ ਕਿਰਪਾ ਨਿੱਧ ਹੈ। ਕਿਰਪਾ ਨਿੱਧ ਦਾ ਭਾਵ ਇਹ ਹੈ ਕਿ ਕੋਈ ਵੀ ਸੰਸਾਰ ਦਾ ਜੀਵ ਅਗਰ ਉਹਦੀ ਆਰਾਧਨਾ ਨਹੀਂ ਵੀ ਕਰਦਾ, ਉਹਦਾ ਨਹੀਂ ਵੀ ਸ਼ੁਕਰਗੁਜ਼ਾਰ ਹੈਗਾ, ਜਾਂ ਉਹਦੀ ਹੋਂਦ ਉਹਨੂੰ ਨਹੀਂ ਵੀ ਚੇਤੇ, ਉਹਦੀ ਸਿਮਰਨ ਦਾ ਆਧਾਰ ਉਹ ਨਹੀਂ ਵੀ ਪਕੜਦਾ, ਤਾਂ ਵੀ ਉਹਦੇ ਜੀਵਨ ਦੀ ਪ੍ਰਤਪਾਲਣਾ ਪਰਮੇਸ਼ਰ ਦੀ ਉਹਦੇ ਉੱਪਰ ਬਣੀ ਰਹਿੰਦੀ ਹੈ। ਇਹ ਨਹੀਂ ਕਿ ਜਿਹੜਾ ਅਕਾਲ ਪੁਰਖ ਨੂੰ ਨਹੀਂ ਆਰਾਧਦਾ, ਅਗਰ ਉਹ ਧਰਤੀ ਦੇ ਵਿੱਚ ਕੋਈ ਬੀਜ ਬੀਜੇ ਤਾਂ ਉਹ ਵਧੀ ਫੁੱਲੇਗਾ, ਨਹੀਂ, ਉਹਦਾ ਨਾਮ ਰੂਪ ਉਹਦਾ ਸਦਾ ਹੀ ਆਧਾਰ ਬਣਿਆ ਰਹੇਗਾ।
ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ, ਇਸੇ ਪ੍ਰਕਾਰ ਉਹ ਅਕਾਲ ਪੁਰਖ ਵਿਆਪਕ ਮਾਲਕ ਬੜੇ ਭਾਰੀ ਸਰੂਪ ਵਾਲਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਸੇ ਪ੍ਰਕਾਰ ਉਸ ਦਾ ਇੱਕ ਅਗਲਾ ਹੋਰ ਨੁਕਤਾ ਹੈ ਕਿ ਉਹਦੇ ਤੋਂ ਸਾਰੀ ਉਪਜੀ ਜਿਹੜੀ ਰਚਨਾ ਹੈ ਉਹ ਨਾਸ਼ਵਾਨ ਹੈ, ਪਰ ਉਹ ਆਪ ਸਦੀਵ ਹੈ। ਉਹਦੀ ਸਾਰੀ ਰਚਨਾ ਮੈਲ ਦੇ ਸਹਿਤ ਹੋ ਜਾਂਦੀ ਹੈ ਬਹੁਤ ਵਾਰ, ਪਰ ਉਹ ਆਪ ਨਿਰੰਜਨ ਸਰੂਪ ਰਹਿੰਦਾ ਹੈ। ਉਹਦੀ ਸਾਰੀ ਰਚਨਾ ਦਾ ਕੋਈ ਨਾ ਕੋਈ ਵਿਸ਼ਾਲ ਰੂਪ ਕਰਕੇ, ਕਿਸੇ ਨਾ ਕਿਸੇ ਤਸੱਵਰ ਕਰਕੇ ਕੋਈ ਮਾਪ ਬਣਾਇਆ ਜਾ ਸਕਦਾ ਹੈ, ਪਰ ਮਾਪ ਹੋਣ ਦੇ ਬਾਅਦ ਵੀ ਉਹ ਅਸੀਮ ਬੇਅੰਤ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ, ਬੜੇ ਰੂਪਾਂ ਕਰਕੇ ਉਹ ਭਾਰੀ ਮਾਲਕ ਵਿਆਪਤ ਹੈ। ਹੁਣ ਇਹਨੂੰ ਇੱਕ ਪ੍ਰਮਾਣ ਦੇ ਦੁਆਰਾ ਸਪਸ਼ਟ ਕਰਾਂ, ਉਹ ਭਾਰੀ ਮਾਲਕ ਵਿਆਪਕ ਕਿਵੇਂ ਹੁੰਦਾ ਹੈ। ਨੁਕਤੇ ਅਸੀਂ ਸਾਂਝੇ ਕੀਤੇ ਸਨ ਕਿ ਉਹ ਸਿਰਜਕ ਵੀ ਹੈ, ਪ੍ਰਤਪਾਲਕ ਵੀ ਹੈ ਅਤੇ ਵਿਆਪਕ ਰੱਖਿਅਕ ਵੀ ਹੈ। ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਮਾਣ ਨਾਲ ਆਪਦੇ ਸਨਮੁਖ ਗੱਲ ਰੱਖਾਂ। ਹੁਣ ਅਸੀਂ ਪ੍ਰਮਾਣ ਸੁਣਦੇ ਹਾਂ ਭਾਈ ਮੱਖਣ ਸ਼ਾਹ ਲੋਬਾਣਾ ਜੀ ਦਾ। ਸਮੁੰਦਰ ਦੇ ਵਿੱਚ ਉਹਨਾਂ ਨੇ ਆਪਣਾ ਮਾਲ ਲੱਦਿਆ ਹੋਇਆ, ਬੇੜਾ ਠੱਲਿਆ ਹੋਇਆ ਹੈ। ਤਾਂ ਕੁਝ ਸਫ਼ਰ ਤੈਅ ਕਰਨ ਤੋਂ ਬਾਅਦ ਜਿਹੜਾ ਸਮੁੰਦਰ ਦਾ ਸੁਭਾਅ ਬਦਲ ਗਿਆ, ਲਹਿਰਾਂ ਨੇ ਆਪਣਾ ਵੇਗ ਬਦਲਿਆ, ਤੂਫਾਨ ਦੀ ਜਿਹੜੀ ਆਮਦ ਹੈ ਉਹ ਸਮੁੰਦਰ ਦੇ ਵਿੱਚ ਆਉਣੀ ਸ਼ੁਰੂ ਹੋ ਗਈ। ਇਸ ਕਰਕੇ ਪਹਿਲਾ ਸਰੂਪ ਭਾਰੀ ਮਾਲਕ ਦਾ ਇਹ ਯਾਦ ਰੱਖੋ ਕਿ ਸਾਰੀ ਰਚਨਾ ਉਹਦੇ ਭੈ ਨਿਯਮ ਦੇ ਵਿੱਚ ਚੱਲ ਰਹੀ ਹੈ। ਸਿਮਰਨ ਦੁਆਰਾ, ਸਿਮਰਨ ਦੇ ਭਾਵ ਵਿੱਚ ਭੈ ਨਿਯਮ ਵਿੱਚ ਬੱਝੀ ਹੋਈ, ਉਹਦੇ ਵਿੱਚ ਉਹਨੇ ਸਾਗਰ ਸਮੁੰਦਰ ਦੀ ਰਚਨਾ ਕੀਤੀ ਹੈ। ਉਹਦੇ ਵਿੱਚ ਹੀ ਉਹਦਾ ਰਚਿਆ ਹੋਇਆ ਜੀਵ ਉਤਰਿਆ ਹੈ ਸਮੁੰਦਰ ਦੇ ਵਿੱਚ। ਹੁਣ ਜਦੋਂ ਸਾਗਰ ਸਮੁੰਦਰ ਵਿੱਚ ਉਤਰੇਗਾ ਜੀਵ, ਤਾਂ ਯਕੀਨਨ ਹੈ ਕਿ ਜਿਹੜੀਆਂ ਉਹ ਲਹਿਰਾਂ ਨੇ ਜਾਂ ਕੋਈ ਤੂਫਾਨ, ਸਮੁੰਦਰੀ ਤੂਫਾਨ ਆਉਣ ਦਾ ਡਰ ਹੈ, ਉਹ ਵਿਆਪਕ ਰਹੇਗਾ ਹੀ ਰਹੇਗਾ। ਤਾਂ ਹੁਣ ਆਇਆ ਹੈ ਬਾਕਾਇਦਾ, ਪਰ ਉਸ ਸਮੇਂ ਗੁਰਸਿੱਖ ਦੀ ਸੁਰਤ ਨੇ ਇਹ ਨਹੀਂ ਦੇਖਿਆ ਕਿ ਕੋਈ ਹੋਰ ਤਰ੍ਹਾਂ ਦਾ ਯਤਨ, ਕੇਵਲ ਇੱਕ ਅਰਦਾਸ ਬਣੀ ਕਿ ਅਕਾਲ ਪੁਰਖ ਪ੍ਰੀਤਮ ਗੁਰੂ ਨਾਨਕ ਸਰੂਪ, ਅਕਾਲ ਪੁਰਖ ਸਰੂਪ ਹੋ ਕੇ ਜੋ ਧਰਤੀ 'ਤੇ ਵਿਦਮਾਨ ਹੈ, ਸਤਿਗੁਰੂ ਮੇਰੀ ਤੇਰੇ ਚਰਨਾਂ 'ਚ ਅਰਦਾਸ ਹੈ, ਇਸ ਸੰਸਾਰ ਸਾਗਰ ਸਮੁੰਦਰ ਦੇ ਤੂਫਾਨ ਤੋਂ, ਇਹਦੀਆਂ ਭਿਆਨਕ ਲਹਿਰਾਂ ਤੋਂ ਮੇਰੀ ਰੱਖਿਆ ਕਰ। ਮੈਂ ਆਪ ਦੇ ਸਨਮੁਖ ਇਹ ਭੇਟ ਕਰਾਂਗਾ। ਅਰਦਾਸ ਹੀ ਹੋਈ ਹੈ। ਹੁਣ ਮਨੁੱਖ ਪੁੱਛੇਗਾ ਕਿ ਇਸ ਅਰਦਾਸ ਦੇ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ ਕਾਰਜ ਸਵਰਦਾ ਕਿਸ ਰੂਪ ਕਰਕੇ। ਤੱਦੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਜਿਸ ਨਾਲ ਜੋਰ ਨਾ ਚੱਲਈ। ਹੁਣ ਹੁਕਮ ਅਰਦਾਸ ਦੁਆਰਾ ਕਿਵੇਂ ਆਪਣੀ ਕਲਾ ਵਰਤਾਉਂਦਾ ਹੈ। ਹੁਕਮ ਰੂਪ ਕਰਕੇ ਲਹਿਰਾਂ ਦਾ ਸੁਭਾਅ ਬਣਿਆ ਸਮੁੰਦਰ ਦੇ ਵਿੱਚ। ਹੁਕਮ ਰੂਪ ਨੂੰ ਫਿਰ ਹੁਕਮ ਰੂਪ ਦੀ ਜਿਹੜੀ ਅਨੁਭਵ ਸਾਧਕ ਨੂੰ ਪਿਆ, ਜਾਂ ਜਿਹੜਾ ਜਿਸ ਜਗਿਆਸੂ ਦੇ ਉੱਪਰ ਪਿਆ, ਸਿੱਖ ਦੇ ਉੱਪਰ ਪਿਆ, ਉਹਨੇ ਉਸ ਹੁਕਮ ਰੂਪ ਨੂੰ ਅਰਦਾਸ ਰੂਪ ਦੇ ਵਿੱਚ ਜਿਹੜਾ ਹੈ ਨਵਾਜ਼ਿਸ਼ ਦੇ ਲਈ ਗੁਰੂ ਦੇ ਸਨਮੁਖ ਰੱਖਿਆ, ਅਤੇ ਉਹੀ ਸਮੁੰਦਰ ਦੀਆਂ ਲਹਿਰਾਂ ਦਾ ਸੁਭਾਵ ਹੁਕਮ ਰੂਪ ਕਰਕੇ ਪਰਿਵਰਤਿਤ ਹੋ ਗਿਆ ਅਤੇ ਉਹ ਸਹਿਜ ਹੋ ਗਈਆਂ। ਅਤੇ ਭਗਤ ਸਾਹਿਬਾਨਾਂ ਨੇ, ਮੈਂ ਕਈ ਵਾਰੀ ਬਾਣੀ ਪੜ੍ਹਦਾ ਤਾਂ ਬੜੇ ਕਮਾਲ ਦੇ ਖਿਆਲ ਲਿਖੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਨੂੰ ਜਦ ਪਕੜ ਕੇ ਹਾਥੀ ਅੱਗੇ ਸੁੱਟਿਆ ਗਿਆ ਕਿ ਮਸਤ ਹਾਥੀ ਅੱਗੇ ਸ਼ਰਾਬ ਆਦਿਕ ਪਿਆਈ ਸੀ ਕਿ ਉਹ ਹਾਥੀ ਲਤਾੜ ਦੇਵੇਗਾ, ਤਾਂ ਉਹ ਹਾਥੀ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਮਿਲਦਾ ਸ਼ਾਇਦ, ਤਾਂ ਭਗਤ ਨਾਮਦੇਵ ਜੀ ਦੇ ਸਨਮੁਖ ਉਹ ਹਾਥੀ ਨਮਸਕਾਰ ਕਰੀ ਜਾਵੇ। ਤਾਂ ਭਗਤ ਨਾਮਦੇਵ ਜੀ ਫਿਰ ਕਹਿਣ ਲੱਗੇ, ਰੇ ਮੁਹਾਵਤ ਤੁਝੇ ਡਾਰੋ ਕਾਟ ਇਸੇ ਤੁਰਾਵੋ ਘਾਲੋ ਸਾਟ, ਕੇ ਤੇਰੇ ਨਾਲੋਂ ਤਾਂ ਹਾਥੀ ਚੰਗਾ ਹੈ। ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ। ਹੁਣ ਪ੍ਰਵਿਰਤੀ ਦੇਖੋ ਕਿ ਜਿਹੜੀ ਭਗਤ ਦੇ ਪ੍ਰਤੀਕੂਲ ਪ੍ਰਵਿਰਤੀ ਹੈ, ਉਹਨੇ ਹਾਥੀ ਦਾ ਜਿਹੜਾ ਦੇਹ ਦੀ ਸੁੱਧ ਹੈ ਉਹਨੂੰ ਨਸ਼ੇ ਦੁਆਰਾ ਭੁਲਾ ਕੇ ਅਤੇ ਭਗਤ ਦੇ ਉੱਪਰ ਆਕਰਮਣ ਕਰਨ ਲਈ ਪ੍ਰੇਰਿਆ ਹੈ। ਪਰ ਭਗਤ ਦੀ ਬੰਦਗੀ ਦਾ ਤੇਜ ਜਾਂ ਉਹਦੀ ਪਰਮੇਸ਼ਰ ਦੇ ਪ੍ਰਤੀ ਪੂਰੀ ਤਰ੍ਹਾਂ ਇਕਸੁਰ ਹੋਈ ਅਰਦਾਸ ਹਾਥੀ ਦੇ ਇਸ ਨਸ਼ਈ ਸੁਭਾਅ ਨੂੰ ਵੀ ਬਦਲ ਦਿੰਦੀ ਹੈ, ਅਤੇ ਉਹ ਆਪਣੀ ਆਕ੍ਰਾਮਣਕਤਾ ਭੁੱਲ ਕੇ ਅਤੇ ਉਹਦੇ ਅੱਗੇ ਭਗਤ ਅੱਗੇ ਦੀਨ ਹੋ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਗੁਸਾਈ ਗ੍ਰਿਸ਼ਟ ਰੂਪੇਣ। ਇਸ ਕਰਕੇ ਜਦੋਂ ਵੀ ਇੱਕ ਹੋਰ ਨੁਕਤਾ ਆਪਦੇ ਨਾਲ ਸਾਂਝਾ ਕਰਾਂ ਕਿ ਜਦੋਂ ਅਸੀਂ ਸਿੱਖ ਇਤਿਹਾਸ ਦੇ ਕਿਸੇ ਵੀ ਪੱਖ ਦੀ ਚਰਚਾ ਕਰਦੇ ਹਾਂ ਤਾਂ ਉਹਦੇ ਵਿੱਚੋਂ ਗੁਰਬਾਣੀ ਦੀ ਮੂਲ ਭਾਵਨਾ ਕਿਵੇਂ ਪ੍ਰਵਾਹਿਤ ਹੁੰਦੀ ਹੈ। ਹੁਣ ਜਿਵੇਂ ਭਾਈ ਮੱਖਣ ਸ਼ਾਹ ਲੋਬਾਣਾ ਦਾ ਅਸੀਂ ਘਟਨਾ ਸਾਂਝੀ ਕੀਤੀ ਹੈ, ਤਾਂ ਉਹਦਾ ਭਾਵ ਇਹ ਬਣਦਾ ਹੈ ਕਿ ਉਸੇ ਸਮਾਨ ਹੈ। ਉਹਨਾਂ ਦਾ ਤਾਂ ਚਲੋ ਮਾਲ ਅਸਬਾਬ ਦਾ ਬੇੜਾ ਸੀ,
ਸਾਡਾ ਵੀ ਜੀਵਨ ਦੀ ਰਾਸ ਹੈ ਜਿਹੜੀ ਅਸੀਂ ਬੰਦਗੀ ਸਹਿਤ ਕਮਾਈ ਹੈ। ਅਤੇ ਜਦੋਂ ਸੰਸਾਰ ਸਮੁੰਦਰ ਵਿੱਚ ਚੱਲਦੇ ਹਾਂ ਤਾਂ ਉਦੋਂ ਬੜੀਆਂ ਲਹਿਰਾਂ ਵਿਆਪਤ ਹੁੰਦੀਆਂ ਨੇ। ਫਿਰ ਜੇ ਉਦੋਂ ਅਰਦਾਸ ਬਣੀ ਰਹੇ ਤਾਂ ਉਹ ਭਾਰੀ ਮਾਲਕ ਸਾਡੀ ਰੱਖਿਆ ਅਵੱਛ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਮਰਨੰ ਸਰਬੱਤਰ ਜੀਵਨ ਹੈ। ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਸਾਰੇ ਬੜੇ ਭਾਵਨਾ ਨਾਲ ਪੜ੍ਹਦੇ ਹੋ। ਪਹਿਲੀ ਅਸ਼ਟਪਦੀ ਦੇ ਵਿੱਚ ਹੀ ਸਿਮਰਨ ਬਾਰੇ ਕਿੰਨਾ ਵਿਸਥਾਰ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਪ੍ਰਭ ਕੈ ਸਿਮਰਨ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਗੁਸਾਈ ਗ੍ਰਿਸ਼ਟ ਰੂਪੇਣ ਸਿਮਰਨੰ ਸਰਬੱਤਰ ਜੀਵਨਹ। ਇਸ ਕਰਕੇ ਅਕਾਲ ਪੁਰਖ ਦਾ ਬੋਧ ਸਭ ਤੋਂ ਪਹਿਲਾਂ। ਹੁਣ ਸਿਮਰਨ ਦੀ ਅਵਸਥਾ ਕਿਵੇਂ ਪੈਦਾ ਹੋਏਗੀ? ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਉਹਦੀ ਹਸਤੀ ਦਾ ਬੋਧ ਹੋਵੇ। ਜਿਵੇਂ ਹੁਣ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੈ ਕਿ ਧਰਤੀ ਦਾ ਆਹ ਗੁਣ ਹੈ, ਜਾਂ ਪਾਣੀ ਦਾ ਆਹ ਗੁਣ ਹੈ ਕਿ ਪਿਆਸ ਬੁਝਾਉਂਦਾ ਹੈ, ਹਵਾ ਦਾ ਗੁਣ ਹੈ ਕਿ ਇਹ ਜਿਉਂਦਾ ਰੱਖਦੀ ਹੈ, ਰੌਸ਼ਨੀ ਦਾ ਗੁਣ ਹੈ ਕਿ ਇਹਦੇ ਵਿੱਚ ਸਪਸ਼ਟ ਦਿਖਦਾ ਹੈ। ਜਿੰਨਾ ਚਿਰ ਮਨੁੱਖ ਨੂੰ ਇਹਨਾਂ ਚੀਜ਼ਾਂ ਦਾ ਬੋਧ ਨਹੀਂ ਹੋਏਗਾ ਉਹਨਾਂ ਚਿਰ ਉਹਦੀ ਸਿਮਰਨ ਦੀ ਜਿਹੜੀ ਸਾਧਨ ਹੈ ਉਹ ਨਹੀਂ ਸ਼ੁਰੂ ਹੋ ਸਕੇਗੀ। ਸਿਮਰਨ ਦਾ ਭਾਵ ਹੈ ਕਿ ਮਾਲਕ ਦੀ ਸਮੁੱਚੀ ਹੋਂਦ ਸਾਡੇ ਚਿੰਤਨ ਦੇ ਵਿੱਚ ਸਮਾਈ ਹੋਵੇ ਅਤੇ ਉਹ ਸਾਰੇ ਪੱਖਾਂ ਕਰਕੇ ਸਾਡੇ ਅੰਦਰ ਸਦੀਵੀ ਚੱਲਦੀ ਰਹੇ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨੰ ਸਰਬੱਤਰ ਜੀਵਨਹ। ਅਤੇ ਸਿਮਰਨ ਦੇ ਆਧਾਰ 'ਤੇ ਸਾਰਾ ਸੰਸਾਰ ਜੀਵਤ ਹੋ ਸਕਦਾ, ਉਸ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਸਕਦਾ। ਅਤੇ ਇਸੇ ਕਰਕੇ ਗੁਰੂ ਸਾਹਿਬ ਜੀ ਪਾਵਨ ਗੁਰਬਾਣੀ 'ਚ ਫਰਮਾਉਂਦੇ ਹਨ, ਜਹ ਹਰ ਸਿਮਰਨ ਭਇਆ ਤਹ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਨਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ, ਸਿਮਰਨ ਸਰਬੱਤਰ ਜੀਵਨਹ। ਇਸ ਕਰਕੇ ਸਿਮਰਨ ਦੇ ਸੰਬੰਧ ਵਿੱਚ ਇੱਕ ਦੋ ਨੁਕਤੇ ਕਹਿਣੇ ਜ਼ਰੂਰੀ ਹਨ ਕਿ ਸਿਮਰਨ ਅਸੀਂ ਆਮ ਕਰਕੇ ਪਤਾ ਕੀ ਸਮਝਦੇ ਹਾਂ ਕਿ ਕੁਝ ਸਮਾਂ ਇਕਾਗਰਤਾ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਕਰ ਲੈਣਾ, ਚਾਹੇ ਜ਼ੁਬਾਨ ਤੋਂ ਆਰਾਧਨਾ ਕਰ ਲੈਣੀ, ਉਚਾਰਨ ਕਰ ਲੈਣਾ, ਜਾਂ ਹਿਰਦੇ ਦੇ ਤਲ ਦੇ ਉਹਦੇ ਗੁਣਾਂ ਨੂੰ ਕੁਝ ਸਮਾਂ ਮਹਿਸੂਸ ਕਰਕੇ ਇਸ ਤਰ੍ਹਾਂ ਦੀ ਸਾਧਨਾ ਕਰਨੀ ਸਾਡਾ ਸਿਮਰਨ ਅਭਿਆਸ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਇੱਕ ਵਿਧੀ ਹੈ। ਸਮੁੱਚਾ ਜੀਵਨ ਸਿਮਰਨਮਈ ਕਿਵੇਂ ਹੋ ਜਾਵੇ, ਇਹਦੇ ਲਈ ਫਿਰ ਕਾਦਰ ਦੇ ਪੂਰੇ ਗੁਣਾਂ ਤੋਂ ਜਾਣੂ ਹੋਣਾ ਪਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਹੁਣ ਜਦੋਂ ਅਸੀਂ ਸਤਨਾਮ ਪਦ ਵਰਤਦੇ ਹਾਂ, ਗੁਰਬਾਣੀ ਆਪ ਜੀ ਅਕਸਰ ਸ਼ਬਦ ਸੁਣਿਆ ਹੋਏਗਾ, ਸਿਮਰਨ ਦੇ ਨਾਲ ਸ਼ਬਦ ਆਉਂਦਾ ਨਾਮ ਸਿਮਰਨ। ਇਹ ਸ਼ਬਦ ਇਕੱਠਾ ਹੀ ਵਰਤਦੇ ਹਾਂ ਅਸੀਂ। ਤਾਂ ਉਹਦਾ ਭਾਵ ਹੈ ਕਿ ਨਾਮ ਰੂਪ ਦੇ ਵਿੱਚ ਉਹ ਮਾਲਕ ਪ੍ਰਗਟ ਹੈ, ਉਹਨੂੰ ਸਿਮਰਤੀ ਰੂਪ ਦੇ ਵਿੱਚ ਹਿੱਸਾ ਬਣਾ। ਤਾਂ ਇਸੇ ਪ੍ਰਕਾਰ ਜਦੋਂ ਉਹਦੀ ਆਰਾਧਨਾ ਕਰੇਗਾ, ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਨਾ ਆਪਣਾ ਇੱਕ ਅਨੁਭਵ ਲਿਖਿਆ ਬੜਾ ਕਮਾਲ ਦਾ ਸਿਮਰਨ ਦੇ ਸੰਬੰਧ ਦੇ ਵਿੱਚ। ਉਹ ਕਹਿੰਦੇ ਕਿ ਮੈਂ ਆਪਣੇ ਕਿਸੇ ਮਤਲਬ ਨਿਕਟਵਰਤੀ ਬੰਦਗੀ ਵਾਲੇ ਪੁਰਸ਼ ਨੂੰ ਪੁੱਛਿਆ, ਬਹੁਤ ਛੋਟਾ ਸਾ ਕਹਿੰਦੇ ਬਚਪਨ 'ਚ, ਵੀ ਸਿਮਰਨ ਕੀ ਹੁੰਦਾ ਹੈ, ਸਿਮਰਨ ਕਿਵੇਂ, ਕੀ ਮਤਲਬ ਇਹਦੇ ਬਾਰੇ ਕੁਝ ਮੈਨੂੰ ਸਮਝਾਓ। ਕਹਿੰਦੇ ਹੁਣ ਮੇਰੀ ਅਵਸਥਾ ਬੜੀ ਛੋਟੀ ਸੀ, ਉਮਰ ਛੋਟੀ ਸੀ, ਤਾਂ ਸਵਾਲ ਮੇਰਾ ਥੋੜ੍ਹਾ ਗੈਰ ਗੰਭੀਰ ਸੀ। ਤਾਂ ਕਹਿੰਦੇ ਕਿ ਉਹ ਜਿਸ ਦਾਨੇ ਪ੍ਰਧਾਨੇ ਇਨਸਾਨ ਨੂੰ ਮੈਂ ਇਹ ਪ੍ਰਸ਼ਨ ਪੁੱਛਿਆ, ਉਹਨੇ ਕਿਹਾ ਕਿ ਵੀ ਹੁਣ ਬੱਚਾ ਸੀ, ਬੱਚੇ ਨੂੰ ਵੀ ਸਮਝਾਉਣਾ ਸੀ। ਤਾਂ ਉਹਨਾਂ ਕਿਹਾ, ਕਾਕਾ ਜਦੋਂ ਤੂੰ ਬਾਂਹ ਮੇਰੇ ਵੱਲ ਤਾਂ ਕਰੇਂਗਾ, ਮਤਲਬ ਦੋਵੇਂ ਬਾਹਾਂ ਤਾਂ ਕਰੇਂਗਾ, ਤਾਂ ਤੇਰੀਆਂ ਬਾਹਾਂ ਤਾਂ ਕੀਤੀਆਂ ਦੇਖ ਕੇ ਮੈਨੂੰ ਚੇਤਾ ਆਏਗਾ ਕਿ ਤੂੰ ਮੇਰੇ ਮੋਢੇ 'ਤੇ ਜਾਂ ਮੇਰੀ ਗੋਦੀ ਦੇ ਵਿੱਚ ਚੜ੍ਹਨਾ ਚਾਹੁੰਦਾ ਹੈ। ਕਿ ਮਤਲਬ ਜਦੋਂ ਬੱਚਾ ਬਾਂਹ ਤਾਂ ਕਰਦਾ, ਜਿਵੇਂ ਬਾਜ਼ਾਰ ਦੇ ਵਿੱਚ ਤੁਰ ਕੇ ਲਿਜਾਂਦੇ ਜਾਈਏ ਤਾਂ ਬੱਚਾ ਇੱਕਦਮ ਰੁਕ ਕੇ ਬਾਂਹ ਇੱਕ ਅੱਧੀ ਤਾਂ ਕਰ ਦਿੰਦਾ ਜਾਂ ਦੋਵੇਂ ਤਾਂ ਕਰ ਦਿੰਦਾ, ਤਾਂ ਸਾਨੂੰ ਝੱਟ ਬੋਧ ਹੋ ਜਾਂਦਾ ਕਿ ਇਹ ਥੱਕ ਗਿਆ ਜਾਂ ਇਹ ਚੱਲਣ ਤੋਂ ਥੋੜ੍ਹਾ ਅਸਮਰੱਥ ਹੈ, ਅਤੇ ਇਹ ਗੋਦੀ ਚੜ੍ਹਨਾ ਚਾਹੁੰਦਾ ਹੈ, ਮੋਢੇ ਚੜ੍ਹਨਾ ਚਾਹੁੰਦਾ ਹੈ, ਗਧਾੜੇ ਚੜ੍ਹਨਾ ਚਾਹੁੰਦਾ ਹੈ। ਤਾਂ ਇਸੇ ਪ੍ਰਕਾਰ ਉਹ ਦਾਨੇ ਪ੍ਰਦਾਨੇ ਇਨਸਾਨ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹਾ ਕਿ ਸਿਮਰਨ ਉਹ ਹੈ ਕਿ ਜਦੋਂ ਤੈਨੂੰ ਜੀਵਨ ਦੇ ਵਿੱਚ ਕਿਸੇ ਅਸੁਰੱਖਿਆ ਦਾ ਜਾਂ ਕਿਸੇ ਘਾਟ ਦਾ ਜਾਂ ਕਿਸੇ ਵੱਡੇ ਸਹਾਰੇ ਦਾ ਬੋਧ ਹੁੰਦਾ ਹੈ, ਅਤੇ ਇੱਕ ਵਾਰੀ ਰੱਬੀ ਗੁਣ ਉਚਾਰਨ ਕਰਕੇ ਤੂੰ ਆਪਣੀਆਂ ਬਾਹਾਂ ਤਾਂ ਉਲਾਰਨੀਆਂ ਹਨ, ਤਾਂ ਉਸੇ ਸਿਮਰਨ ਦੇ ਸਹਾਰੇ ਸਦਕਾ ਪਰਮੇਸ਼ਰ ਤੈਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਏਗਾ। ਸਿਮਰਨ ਇਹ ਚੀਜ਼ ਹੈ। ਕਿੱਡਾ ਕਮਾਲ ਦਾ ਅਨੁਭਵ ਹੈ, ਇੰਨੀ ਸਰਲ ਗੱਲ ਦੇ ਵਿੱਚ ਇੰਨਾ ਵੱਡਾ ਗੁਹਜ ਨੁਕਤਾ ਸਮਝਾ ਦਿੱਤਾ। ਅਤੇ ਇਸੇ ਕਰਕੇ ਸਾਨੂੰ ਵੀ ਸਮਝ ਲੈਣਾ ਚਾਹੀਦਾ ਕਿ ਜੇ ਅਸੀਂ ਪਰਮੇਸ਼ਰ ਦੇ ਕਿਰਪਾ ਸਰੂਪ ਦੇ ਵਿੱਚ ਸਦਾ ਉਹਦੀ ਗੋਦ ਵਿੱਚ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉਹਦੇ ਸਿਮਰਨ ਰੂਪੀ ਜਿਹੜੀ ਬਾਂਹ ਹੈ ਉਹ ਉੱਪਰ ਨੂੰ ਉਲਾਰਨੀ ਪਏਗੀ। ਤਾਂ ਇਸੇ ਪ੍ਰਕਾਰ ਜਿਵੇਂ ਬੱਚਾ ਛੋਟਾ ਹੁੰਦਾ ਹੈ ਤਾਂ ਜਿਤਨਾ ਚਿਰ ਮਾਂ ਦੀ ਗੋਦ ਵਿੱਚ ਰਹਿੰਦਾ ਉਹ ਸੁਰੱਖਿਅਤ ਰਹਿੰਦਾ, ਕੋਈ ਡਰ ਨਹੀਂ ਪਾ। ਔਰ ਪਹਿਲਾਂ ਗੋਦ ਦੇ ਵਿੱਚ ਸੁਰੱਖਿਆ ਹੈ, ਫਿਰ ਗੋਦ ਦੇ ਵਿੱਚ ਨਿੱਘ ਹੈ,
ਫਿਰ ਗੋਦ ਦੇ ਵਿੱਚ ਲੋਰੀ ਦਾ ਸੰਗੀਤ ਹੈ, ਫਿਰ ਗੋਦ ਦੇ ਵਿੱਚ ਉਹਦੇ ਦੁੱਧ ਦਾ ਰਿਜ਼ਕ ਹੈ, ਫਿਰ ਗੋਦ ਦੇ ਵਿੱਚ ਉਹਦੇ ਅਹਿਸਾਸਾਂ ਦੀ ਤੀਖਣਤਾ ਹੈ। ਇੱਕ ਗੋਦ ਦੇ ਅਹਿਸਾਸ ਵਿੱਚ ਇਹ 6-7 ਨੁਕਤੇ ਪਏ ਹੋਏ ਹਨ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ। ਤਾਂ ਗੱਲ ਕੀ ਹੈ ਕਿ ਅਸੀਂ ਸਿਮਰਨ ਦੇ ਅਕਹਿਰੇ ਜਿਹੇ ਅਭਿਆਸ ਕਰਦੇ ਹਾਂ। ਗੁਰੂ ਸਾਹਿਬ ਜੀ ਨੂੰ ਹੁਣ ਦੇਖੋ, ਗੁਰਬਾਣੀ ਦੇ ਵਿੱਚ ਕੁਦਰਤ ਦਾ ਕਿੰਨਾ ਬਿਆਨ ਆਉਂਦਾ ਹੈ। ਗੁਰੂ ਸਾਹਿਬ ਜੀ ਪੰਛੀਆਂ ਦੇ ਨਾਮ ਆਉਂਦੇ ਨੇ, ਫਲਾਂ ਦੇ ਨਾਮ ਆਉਂਦੇ ਨੇ, ਦੇਸ਼ਾਂ ਥਾਵਾਂ ਦੇ ਨਾਮ ਆਉਂਦੇ ਨੇ, ਰਿਸ਼ੀਆਂ ਮੁਨੀਆਂ ਦੇ ਨਾਮ ਆਉਂਦੇ ਹਨ। ਇਹ ਕਾਹਦੇ ਕਰਕੇ ਕਿ ਜਦੋਂ ਗੁਰੂ ਸਾਹਿਬ ਜੀ ਨੇ ਉਚੇਰੀ ਜਾਗੀ ਹੋਈ ਸੁਰਤ ਦੇ ਵਿੱਚੋਂ ਸਿਮਰਨ ਦਾ ਅਭਿਆਸ ਕੀਤਾ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਦੋਂ ਭਗਤ ਆਪ ਤੂੰ ਦੇ ਵਿੱਚ ਰਤਿਆ ਗਿਆ ਤੇ ਉਹਨੂੰ ਇਉਂ ਲੱਗਾ ਕਿ ਕੋਇਲ ਵੀ ਉਹਨੂੰ ਗਾ ਰਹੀ ਹੈ, ਉਹਨੂੰ ਲੱਗਾ ਪਪੀਹਾ ਵੀ ਉਹਨੂੰ ਹੀ ਗਾ ਰਿਹਾ ਹੈ। ਤਾਂ ਹੁਣ ਸਿਮਰਨ ਦੇ ਅਭਿਆਸ ਕਰਕੇ, ਹੁਣ ਜਿਵੇਂ ਗੁਰਬਾਣੀ ਵਿੱਚ ਬਹੁਤ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਬਬੀਹਾ ਪ੍ਰਯੋ ਕਰੇ, ਤਾਂ ਹੁਣ ਗੁਰੂ ਸਾਹਿਬ ਜੀ ਨੇ ਦੇਖੋ ਉਹ ਸ਼ਬਦ ਕਿਉਂ ਵਰਤਿਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਆਪਣੀ ਕਿਤਾਬ ਹੈ ਆਤਮ ਦਰਸ਼ਨ, ਉਹਦੇ ਵਿੱਚ ਉਹਨਾਂ ਨੇ ਨਾ, ਉਹ ਕਸ਼ਮੀਰ ਦੇ ਰਹਿਣ ਵਾਲੇ ਸਨ, ਉਹਨਾਂ ਨੇ ਅਨੁਭਵ ਸਾਂਝਾ ਕੀਤਾ ਇੱਕ ਉਹਦੇ ਵਿੱਚ। ਕਹਿੰਦੇ ਇੱਕ ਦਫਾ ਮੈਂ ਸੁਬਾਹ ਅੰਮ੍ਰਿਤ ਵੇਲੇ ਕਸ਼ਮੀਰ ਦੇ ਵਾਦੀਆਂ ਦੇ ਵਿੱਚ ਸੈਰ ਕਰਨ ਦੇ ਲਈ ਨਿਕਲਿਆ, ਤਾਂ ਥੋੜ੍ਹੀ ਅਜੇ ਦੂਰੀ 'ਤੇ ਗਿਆ ਤਾਂ ਇੰਨੀ ਚੀਕ ਭਰੀ ਆਵਾਜ਼ ਆਵੇ, ਇੰਨੀ ਦਰਦ ਭਰੀ ਆਵਾਜ਼ ਆਵੇ, ਕਹਿੰਦੇ ਕਿ ਮੇਰੇ ਕੋਲੋਂ ਇੱਕ ਕਦਮ ਪੁੱਟਣਾ ਜਿਹੜਾ ਮੁਸ਼ਕਿਲ ਹੋ ਗਿਆ। ਤਾਂ ਕਹਿੰਦੇ ਫਿਰ ਮੈਨੂੰ ਉਹਨੇ ਬੇਚੈਨ ਕਰ ਦਿੱਤਾ। ਤਾਂ ਮੈਂ ਅੱਗੇ ਬਹੁਤ ਜਾ ਕੇ ਦੇਖਿਆ ਤਾਂ ਜਿਹੜਾ ਉਹ ਪਹਾੜੀ ਪਪੀਹਾ ਸੀ, ਉਹਦੀ ਹੂਕ ਸੀ ਅਤੇ ਉਹਦੇ ਵਿੱਚ ਇੰਨਾ ਦਰਦ ਪਿਆ ਹੋਇਆ ਸੀ। ਕਹਿੰਦੇ ਜਦੋਂ ਉਹਦਾ ਇਹ ਅਨੁਭਵ ਮੈਂ ਮਾਣਿਆ ਤਾਂ ਫਿਰ ਮੈਨੂੰ ਇਹ ਸਮਝ ਆਈ ਕਿ ਗੁਰਬਾਣੀ ਦੇ ਵਿੱਚ ਬਬੀਹੇ ਦਾ ਜ਼ਿਕਰ ਕਿਉਂ ਆਇਆ, ਕਿ ਇਹਦੀ ਆਵਾਜ਼ 'ਚ ਇੰਨੀ ਦਰਦ, ਇੰਨੀ ਕਰੁਣਾ ਹੈ ਕਿ ਅਗਰ ਇਹੀ ਦਰਦ ਕਰੁਣਾ ਦੀ ਆਵਾਜ਼ ਅਕਾਲ ਪੁਰਖ ਦੇ ਦਰ ਘਰ ਪਹੁੰਚ ਗਈ ਤਾਂ ਉਹਨੇ ਕੋਈ ਬਾਕੀ ਧਰਤੀ ਦੀ ਸਥਿਤੀ ਨੂੰ ਨਹੀਂ ਵਾਚਣਾ, ਉਹਨੇ ਇਹਦੇ ਲਈ ਵਰਖਾ ਦਾ ਜਿਹੜਾ ਆਲਮ ਹੈ, ਕਿਰਪਾ ਹੈ, ਉਹਨੂੰ ਵਰਸਾਉਣਾ ਹੈ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਇਹ ਜਗਿਆਸੂ ਦੀਆਂ, ਸਾਧਕ ਦੀਆਂ ਅਵਸਥਾਵਾਂ ਨੇ ਕਿ ਕਿਤੇ ਜਾ ਕੇ ਉਹ ਸਮਝਦਾ ਕਿ ਮੇਰੀ ਪਪੀਹੇ ਵਰਗੀ ਅਵਸਥਾ ਹੈ, ਕਿਤੇ ਜਾ ਕੇ ਉਹ ਕੋਇਲ ਵਰਗੀ ਅਵਸਥਾ ਸਮਝਦਾ ਹੈ। ਕਿ ਜਦੋਂ ਹੁਣ ਗੁਰੂ ਸਾਹਿਬ ਜੀ ਵੇਖੋ ਕੋਇਲ ਦਾ ਕਿੱਡਾ ਵੱਡਾ, ਮੈਂ ਇੱਕ ਦਿਨ ਦੇਖ ਰਿਹਾ ਸੀ ਤਾਂ ਬਾਬਾ ਫਰੀਦ ਸਾਹਿਬ ਸੁਭਾਵਿਕ ਵਾਕ ਯਾਦ ਆਏ। ਗੁਰੂ ਸਾਹਿਬ ਜੀ ਕਹਿੰਦੇ ਕਾਲੀ ਭਗਤ ਸਾਹਿਬਾਨ ਜੀ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਭਗਤ ਦੀ ਭਾਵਨਾ ਨੇ ਪ੍ਰਸ਼ਨ ਕੀਤਾ ਹੈ ਕੋਇਲ ਦੇ ਪ੍ਰਤੀ, ਤਾਂ ਕੋਇਲ ਦਾ ਜਵਾਬ ਹੈ ਆਪਣੇ ਪ੍ਰੀਤਮ ਕਹਿ ਹੋ ਬਿਰਹਿ ਜਾਲੀ, ਕਿ ਮੈਨੂੰ ਮੇਰੇ ਮਾਲਕ ਦੇ ਵਿਛੋੜੇ ਦੀ ਯਾਦ ਨੇ ਕਾਲਾ ਕਰ ਛੱਡਿਆ, ਉਂਝ ਮੈਂ ਕਾਲੀ ਨਹੀਂ। ਇਹਦਾ ਮਤਲਬ ਹੈ ਕਿ ਸਾਡੇ ਜੀਵਨ ਵਿੱਚੋਂ ਬਖਸ਼ਿਸ਼ ਦੇ ਆਲਮ ਉਦੋਂ ਉੱਠ ਜਾਂਦੇ ਨੇ ਜਦੋਂ ਸਾਡੇ ਸਿਮਰਨ ਦਾ ਜਿਹੜਾ ਓਟ ਆਸਰਾ ਹੈ ਉਹ ਜਾਂਦਾ ਰਹੇ। ਤਾਂ ਪ੍ਰੋਫੈਸਰ ਹਿੰਮਤ ਸਿੰਘ ਜੀ ਨੇ ਆਪਣੇ ਬਾਲ ਵਰੇਸ ਦਾ ਨਾਮ ਸਿਮਰਨ ਦਾ ਇੱਕ ਲੇਖ ਹੈ, ਉਹਦੇ ਵਿੱਚ ਉਹਨਾਂ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿੰਦੇ ਦੁਨੀਆ ਦੇ ਸਾਰੇ ਵੱਡੇ ਤੋਂ ਬੰਦਗੀ ਵਾਲੇ ਮਨੁੱਖ ਬਿਨਾਂ ਬਚਪਨ ਦੇ ਵਿੱਚ ਸਿਮਰਨ ਦੀ ਸਾਧਨਾ ਸ਼ੁਰੂ ਹੋਏ ਤੋਂ ਬੰਦਗੀ ਦੇ ਆਲਾ ਮੁਕਾਮ ਤੱਕ ਨਹੀਂ ਪੁੱਜ ਸਕਦੇ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ। ਮੈਨੂੰ ਯਾਦ ਹੈ ਕਿ ਸਾਡੇ ਕਿਸੇ ਨਿਕਟ ਵਰਤੀ ਨੇ ਇੱਕ ਦਫਾ ਮੈਨੂੰ ਅੰਮ੍ਰਿਤ ਵੇਲੇ ਸੁਬਾਹ ਫੋਨ ਕੀਤਾ। ਮੈਂ ਥੋੜ੍ਹਾ ਪਛੇਮਾਨ ਜਿਹਾ ਹੋ ਗਿਆ ਕਿ ਸ਼ਾਇਦ ਕੋਈ ਅਣਸੁਖਾਵੀਂ ਘਟਨਾ ਨਾ ਹੋਈ ਹੋਵੇ, ਤਾਂ ਚਲੋ ਅਕਾਲ ਪੁਰਖ ਦਾ ਧਿਆਨ ਧਰ ਕੇ ਉਹਦਾ ਫੋਨ ਪਿਕਅਪ ਕੀਤਾ ਰਿਸੀਵ। ਤਾਂ ਮੈਂ ਕਿਹਾ ਜੀ ਹਾਂਜੀ ਕੀ ਗੱਲ ਦੱਸਣੀ ਸੀ। ਕਹਿੰਦੇ ਜੀ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਸਾਂਝ ਹੋਈ ਸੀ, ਤਾਂ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਬੱਚਾ ਬੰਦਗੀ ਦੀ ਕੁਝ ਕੁ ਰਾਸ ਲੈ ਕੇ ਆਉਂਦਾ ਹੈ, ਬਸ਼ਰਤੇ ਹੈ ਕਿ ਮਾਤਾ ਪਿਤਾ ਉਹਦੀ ਉਸ ਰਾਸ ਨੂੰ ਵਧਾਉਣ ਦੇ ਵਿੱਚ ਮਦਦ ਕਰਨ। ਤਾਂ ਮੈਂ ਕਿਹਾ ਜੀ ਹਾਂ ਇਹ ਗੱਲ ਠੀਕ ਹੈ, ਪ੍ਰਮਾਣ ਇਸ ਗੱਲ ਦਾ ਅਨੁਭਵ ਵੀ ਹੈ, ਪ੍ਰਮਾਣ ਵੀ ਹੈ, ਸਭ ਕੁਝ ਹੈ। ਤਾਂ ਕਹਿੰਦੇ ਹਾਂਜੀ ਅਸੀਂ ਇਹ ਵੀ ਗੱਲ ਸੁਣੀ ਸੀ, ਤਾਂ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ। ਕਹਿੰਦੇ ਕੀ? ਕਹਿੰਦੇ ਸਾਡਾ 2 ਕੁ ਸਾਲ ਦਾ ਬੱਚਾ ਹੈ, ਅਸੀਂ ਪਿਛਲੇ 6-7 ਦਿਨ ਤੋਂ ਨੋਟ ਕਰ ਰਹੇ ਹਾਂ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦਾ, ਅੱਖਾਂ ਮੀੜ ਕੇ ਬੈਠ ਜਾਂਦਾ ਹੈ, ਤਾਂ 10-10 12-12 ਮਿੰਟ ਅੱਧਾ ਘੰਟਾ ਬੈਠਾ ਰਹਿੰਦਾ ਹੈ। ਤਾਂ ਕਹਿੰਦੇ ਕਿ ਸ਼ੁਰੂ 'ਚ ਅਸੀਂ ਸਾਡੇ ਪਰਿਵਾਰ ਨੇ ਹਟਾਉਣਾ ਚਾਹਿਆ, ਤਾਂ ਬਾਅਦ ਤੁਹਾਡੀ ਕਈ ਗੱਲ ਚੇਤੇ ਆ ਗਈ, ਤਾਂ ਉਹਨੂੰ ਅਸੀਂ ਹੁਣ ਹਟਾਉਂਦੇ ਨਹੀਂ, ਸਗੋਂ ਉੱਥੇ ਇਕਾਂਤ ਪੈਦਾ ਕਰ ਦਈਦਾ ਕਿ ਇਹਦੀ ਇਹ ਅਵਸਥਾ ਅੱਧੇ ਘੰਟੇ ਤੋਂ ਘੰਟੇ ਤੱਕ ਚਲੀ ਜਾਏ, ਹੋਰ ਵੱਧ ਜਾਏ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ। ਅਤੇ ਅੱਜ ਕੀ ਹੁੰਦਾ, ਮੈਂ ਕਈ ਵਾਰੀ ਦੇਖਿਆ, ਇੱਕ ਦਿਨ ਮੈਂ ਸੁਭਾਵਿਕ ਇਸ ਗੱਲ ਨੂੰ ਵਾਚ ਰਿਹਾ ਸੀ ਕਿ ਜਦ ਗੁਰੂ ਨਾਨਕ ਸਾਹਿਬ ਜੀ ਕੁਝ ਦਿਨ, ਮਹੀਨਾ 2 ਮਹੀਨੇ ਨਾ ਬਿਲਕੁਲ ਸ਼ਾਂਤ ਰਹੇ, ਨਾ ਭੋਜਨ ਖਾਧਾ, ਨਾ ਪਾਣੀ ਪੀਤਾ, ਨਾ ਕਿਸੇ ਨਾਲ ਬੋਲੇ, ਕੋਈ ਆਮ ਕਿਰਿਆ ਨਹੀਂ, ਮਤਲਬ ਇੱਕ ਗਹਿਰ ਗੰਭੀਰਤਾ ਦੇ ਵਿੱਚ ਰਹੇ।
ਤਾਂ ਹੁਣ ਦੇਖੋ ਉੱਥੇ ਜਾ ਕੇ ਸਮਝ ਆਉਂਦੀ ਹੈ ਕਿ ਭਗਤਾ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਉਹ ਆਪਣੀ ਬੰਦਗੀ ਦੀ ਰਾਸ ਨੂੰ ਗੰਭੀਰਤਾ ਦੇ ਕੇ ਇੱਕ ਮੁਕਾਮ ਦੇਣਾ ਚਾਹੁੰਦਾ ਕਿ ਜੇ ਗੰਭੀਰਤਾ ਦੇ ਵਿੱਚ ਗੱਲ ਪੱਕ ਗਈ ਤਾਂ ਮੇਰੀ ਬੰਦਗੀ ਸਾਰੀ ਜ਼ਿੰਦਗੀ ਸਾਬਤ ਰਹੇਗੀ, ਅਤੇ ਜੇ ਅੱਜ ਮੈਂ ਗੰਭੀਰਤਾ ਛੱਡ ਦਿੱਤੀ ਥੋੜ੍ਹੇ ਸਮੇਂ ਬਾਅਦ ਸੰਸਾਰ ਮੇਰੇ ਅੰਦਰ ਵਧੇਰੇ ਦਖਲ ਦੇ ਦੇਵੇਗਾ ਅਤੇ ਮੇਰੀ ਬੰਦਗੀ ਦੀ ਰਾਸ ਜਾਂਦੀ ਰਹੇਗੀ। ਪਰ ਸੰਸਾਰ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ। ਸੰਸਾਰ ਨੇ ਕਿਹਾ ਤਤ ਛਿਨ ਵੈਦ ਸੱਦੋ। ਵੈਦ ਆ ਕੇ ਕਿਹਾ, ਫਿਰ ਗੁਰੂ ਸਾਹਿਬ ਜੀ ਨੇ ਕਲੀਅਰ ਕਰ ਹੀ ਦਿੱਤਾ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ ਕਿ ਤੇਰੇ ਪਾਸ ਨਬਜ ਦੀ ਪਕੜ ਹੈ, ਮੇਰੇ ਕਰਕ ਕਲੇਜੇ ਦੀ ਪੀੜ ਵੈਦ ਤੇਰੇ ਕੋ ਨਹੀਂ ਬੁੱਝੀ ਜਾਣੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ, ਸਾਰੀ ਕਾਇਨਾਤ ਦਾ ਆਧਾਰ ਮਾਲਕ ਦਾ ਸਿਮਰਨ ਬਣਦਾ ਹੈ। ਇਸੇ ਕਰਕੇ ਹੁਣ ਕਹਿੰਦੇ ਸਿਮਰਨ ਕਿਸ ਰੂਪ ਦੇ ਵਿੱਚ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਦ੍ਰਿਸ਼ਟਾਂਤ ਸਾਂਝਾ ਕੀਤਾ, ਤਾਂ ਉਹ ਕਹਿੰਦੇ ਕਿ ਜਦ ਮੇਲਾ ਦੇਖੀਏ ਪਿਤਾ ਦਾ ਹੱਥ ਫੜ ਕੇ ਤਾਂ ਮੇਲਾ ਚੰਗਾ ਲੱਗਦਾ ਹੈ, ਜਦ ਪਿਤਾ ਦਾ ਹੱਥ ਛੁੱਟ ਜਾਵੇ ਨਾ ਤੇ ਗਵਾਚ ਜਾਈਏ ਤਾਂ ਉਹੀ ਮੇਲਾ ਦੁੱਬਰ ਲੱਗਣ ਲੱਗ ਪੈਂਦਾ ਹੈ। ਇਸੇ ਪ੍ਰਕਾਰ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ ਉਦੋਂ ਲੱਗਦਾ ਹੈ ਜਦੋਂ ਉਹਦੀ ਸਿਮਰਨ ਯਾਦ ਰੂਪ ਦਾ ਓਟ ਆਸਰਾ ਬਣਿਆ ਰਹਿੰਦਾ ਹੈ। ਤਾਂ ਹੁਣ ਸਿੱਖ ਇਤਿਹਾਸ ਦੇ ਵਿੱਚ ਸਿਮਰਨ ਦੇ ਵੱਡੇ ਅਨੁਭਵ ਦੇਖੇ ਜਾਣ। ਸਿਮਰਨ ਜਦੋਂ ਪੂਰੇ ਜੀਵਨ 'ਚ ਪ੍ਰਵਾਹਿਤ ਹੋ ਜਾਂਦਾ ਤੇ ਕਿੱਡੀ ਵੱਡੀ ਕਲਾ ਵਰਤਾ ਦਿੰਦਾ ਹੈ। ਭਾਈ ਮਤੀ ਦਾਸ ਜੀ ਨੂੰ ਕਹਿਣ ਲੱਗੇ ਕਿ ਤੁਹਾਨੂੰ ਹੁਕਮ ਹੋਇਆ ਕਿ ਤੁਹਾਡਾ ਤਨ ਆਰੇ ਨਾਲ ਚੀਰਿਆ ਜਾਏਗਾ, ਕੋਈ ਤੁਹਾਡੀ ਇੱਛਾ ਜਾਂ ਕੋਈ ਕਿਸੇ ਪ੍ਰਕਾਰ ਦਾ ਕੁਝ ਕਹਿਣਾ ਹੋਵੇ ਤਾਂ ਉਹ ਕਹਿਣ ਲੱਗੇ ਕਿ ਪਹਿਲਾਂ ਮੈਂ ਪਾਠ ਆਰੰਭ ਕਰ ਲਾਂ, ਜਦੋਂ ਮੈਂ ਖੁਦ ਕਹਾਂ ਉਦੋਂ ਆਰਾ ਚਲਾਉਣਾ ਆਰੰਭ ਕਰ ਦੇਣਾ, ਉਸ ਤੋਂ ਪਹਿਲਾਂ ਨਾ ਕਰਨਾ। ਕਹਿੰਦੇ ਠੀਕ ਹੈ। ਇੱਧਰ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਆਰੰਭ ਕਰ ਦਿੱਤਾ ਹੈ। ਪੜ੍ਹਦੇ ਗਏ ਤਾਂ ਜੇਕਰ ਜਦੋਂ ਉਹਨਾਂ ਨੇ ਜਪਜੀ ਸਾਹਿਬ ਦਾ ਅੱਧਾ ਕੋ ਪਾਠ ਕਰ ਲਿਆ ਤਾਂ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਹੁਣ ਤੁਸੀਂ ਆਰਾ ਚਲਾਉਣਾ ਆਰੰਭ ਕਰ ਸਕਦੇ ਹੋ। ਆਰਾ ਚਲਾਉਣਾ ਆਰੰਭ ਕੀਤਾ। ਹੁਣ ਉਹ ਸਿਮਰਨ ਦਾ ਬਣਿਆ ਹੋਇਆ ਆਧਾਰ, ਕੱਲ੍ਹ ਜ਼ਿਕਰ ਚੱਲਿਆ ਸੀ ਨਾਮ ਰਸਾਇਣ। ਉਂਝ ਆਮ ਜੇ ਦੇਹ ਦੀ ਜਿਹੜੀ ਸਾਈਕੀ, ਆਮ ਦੇਹ ਦੀ ਜਿਹੜੀ ਰਸਾਇਣਿਕਤਾ ਹੈ ਉਹਦੇ ਵਿੱਚ ਇਹ ਹੈ ਕਿ ਅਗਰ ਇੱਕ ਰੋਮ ਵੀ ਪੁੱਟਿਆ ਜਾਏਗਾ ਤਾਂ ਦਰਦ ਹੋਏਗੀ, ਪਰ ਜਿਹੜੀ ਸਿਮਰਨ ਦੇ ਵਿੱਚ ਦੇਹ ਪ੍ਰਵਿਰਤ ਹੋ ਗਈ ਹੈ ਉਹ ਅਜਰ ਨੂੰ ਜਰਨ ਵਾਲੀ ਬਣ ਜਾਂਦੀ ਹੈ। ਅਤੇ ਜਦੋਂ ਆਰਾ ਚੱਲਦਾ ਗਿਆ, ਕਤਰਾ ਕਤਰਾ ਖੂਨ ਵਹਿੰਦਾ ਗਿਆ, ਜਦੋਂ ਦੋਵੇਂ ਸਰੀਰ ਦੁਫਾੜ ਹੋ ਗਏ ਉਦੋਂ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ, ਸ਼ਲੋਕ ਦਾ ਉਚਾਰਨ ਰਹਿੰਦਾ ਸੀ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਗਿਆ ਅਨੁਸਾਰ ਉਹਨਾਂ ਕਿਹਾ ਕਿ ਸਿੱਖ ਦਾ ਪ੍ਰਾਣ ਉਹਦਾ ਸਿਮਰਨ ਦਾ ਅਭਿਆਸ ਉਹਦੀ ਦੇਹ ਦੇ ਇਕੱਠ ਪ੍ਰਮਾਣ ਨਾਲ ਨਿਭਦਾ ਹੈ। ਇਸ ਕਰਕੇ ਸ਼ਲੋਕ ਇਹਨਾਂ ਦੇ ਦੁਫਾੜ ਹੋਏ ਸਰੀਰ ਦੇ ਵਿੱਚੋਂ ਵੀ ਉਚਰਿਤ ਹੋਏਗਾ ਤਾਂ ਉਹਨਾਂ ਨਿਕਟ ਹੋ ਕੇ ਸੁਣਿਆ। ਉਹਦੇ ਵਿੱਚੋਂ ਐਸੀ ਧੁਨੀ ਪ੍ਰਗਟ ਹੁੰਦੀ ਸੀ ਕਿ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਮੈਨੂੰ ਕਿਸੇ ਨੇ ਪੁੱਛ ਬਹੁਤ ਵਾਰੀ ਇਸ ਤਰ੍ਹਾਂ ਦੇ, ਤਾਂ ਗੱਲ ਕੀ ਹੈ ਕਿ ਸਿਮਰਨ ਦੇ ਵਿੱਚ ਦੇਹ ਪ੍ਰਵਿਰਤ ਹੋ ਜਾਂਦੀ ਹੈ। ਹੁਣ ਅਸੀਂ ਇੰਨਾ ਯਤਨ ਕਰਦੇ ਨਹੀਂ ਹਾਂ ਤਾਂ ਕਰਕੇ ਸਾਨੂੰ ਇਹ ਗੱਲਾਂ ਸੰਭਵ ਲੱਗਦੀਆਂ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ, ਔਰ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਮਰਨ ਦੇ ਵੱਡੇ ਮੁਕਾਮ ਦੱਸੇ ਨੇ। ਕਦੇ ਅਸੀਂ ਗੁਰੂ ਸਾਹਿਬਾਨਾਂ ਦੀ ਇੱਕ ਨਾ ਸਾਡੀ ਤਰਾਸਦੀ ਹੋਰ ਵੀ ਹੈ, ਅਸੀਂ ਜਦੋਂ ਦਾ ਗੁਰਪੁਰਬ ਵਾਲੀਆਂ ਪਰੰਪਰਾਵਾਂ ਦੇ ਵਿੱਚ ਪੈ ਗਏ ਹਾਂ, ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀ ਨਿੱਤ ਦੀ ਕਥਾ ਨੂੰ ਦਿਨਾਂ 'ਚ ਫਿਕਸ ਕਰ ਦਿੱਤਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜਾ ਮੈਂ ਪ੍ਰਮਾਣ ਆਪਦੇ ਨਾਲ ਸਾਂਝਾ ਕਰਨ ਲੱਗਾ, ਇਹ ਅਕਸਰ ਅਸੀਂ ਦਸੰਬਰ ਦੇ ਮਹੀਨੇ ਕਰਦੇ, ਉਸ ਤੋਂ ਅੱਗੋਂ ਪਿੱਛੋਂ ਕਦੀ ਨਹੀਂ ਕੀਤਾ। ਕਿ ਇੱਕ ਪਾਸੇ ਲੱਖਾਂ ਦੇ ਵੈਰੀ ਚੜ੍ਹੇ ਆਏ ਹਨ, ਸਾਰਾ ਜੀਵਨ ਸਮੁੱਚਾ ਜੀਵਨ ਦਾਅ 'ਤੇ ਲੱਗਾ ਹੋਇਆ, ਤਾਂ ਗੁਰੂ ਸਾਹਿਬ ਜੀ ਨੇ ਕੁਝ ਸਿੰਘਾਂ ਨੂੰ ਆਗਿਆ ਕਰਕੇ, ਭਾਈ ਉਦੈ ਸਿੰਘ, ਬਾਬਾ ਅਜੀਤ ਸਿੰਘ, ਹੋਰ ਕਈ ਸਿੰਘਾਂ ਨੂੰ ਆਗਿਆ ਕਰਕੇ ਕਿਹਾ ਕਿ ਤੁਸੀਂ ਵੈਰੀ ਦਲ ਦੇ ਨਾਲ ਲੋਹਾ ਲਓ, ਅਤੇ ਇੱਧਰ ਸਤਿਗੁਰੂ ਸਾਹਿਬ ਜੀ ਨੇ 52 ਤਾਰਾਂ ਵਾਲਾ ਸਾਜ਼, ਤਾਊਸ ਸਾਜ਼ ਕੱਢ ਕੇ ਅਤੇ ਆਸਾ ਦੀ ਵਾਰ ਦਾ ਉਚਾਰਨ ਕੀਤਾ। ਇਹਦਾ ਮਤਲਬ ਇਹ ਹੈ ਕਿ ਤੂੰ ਚਿਤ ਆਵਹਿ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਇਆ। ਕਿ ਜੇ ਤੇਰੀ ਯਾਦ ਬਣੀ ਰਹੀ ਤਾਂ ਆ ਜਿਹੜੇ ਸੰਸਾਰ ਦੇ ਵੱਡੇ ਉਪਦਰਵ ਬਣੇ ਨੇ, ਇਹ ਕੀੜੀ ਸਮਾਨ ਵੀ ਆਪਣੀ ਔਕਾਤ ਸਾਡੇ ਸਾਹਮਣੇ ਨਹੀਂ ਰੱਖ ਸਕਣਗੇ। ਪਰ ਜੇ ਤੇਰੀ ਯਾਦ ਵਿਸਰ ਗਈ ਤਾਂ ਇੱਕ ਨਿੱਕਾ ਜਿਹਾ ਜਿਹੜਾ ਕੋਈ ਆਕੀ ਜੀਵ ਹੈ ਉਹ ਵੀ ਸਾਡੇ ਜੀਵਨ ਦਾ ਨਾਸ਼ ਕਰੇਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨਹ, ਤਾਂ ਇਹ ਸਿਮਰਨ ਸਮੁੱਚਤਾ ਦੇ ਵਿੱਚ ਬਣਨਾ ਚਾਹੀਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਸਿਮਰਨ ਸਰਬੱਤਰ ਜੀਵਨ। ਹੁਣ ਸਿਮਰਨਮਈ ਜੀਵਨ ਜਿਉਣ ਦਾ ਮੈਂ ਅਰਦਾਸ ਦੇ ਵਿੱਚ ਕਈ ਵਾਰੀ ਸ਼ਬਦ ਸਾਂਝਾ ਕਰਦਾ ਕਿ ਸਿਮਰਨਮਈ ਜੀਵਨ। ਕਿਸੇ ਦਿਨ ਬੈਠਾ ਸਾਂ ਤਾਂ ਸੁਭਾਵਿਕ ਖਿਆਲ ਆਇਆ ਕਿ ਅਰਦਾਸ ਦੇ ਸ਼ਬਦ ਗੁਰਬਾਣੀ ਦੀ ਭਾਵਨਾ ਦੇ ਅਨੁਸਾਰ ਬਣਾਏ ਜਾਣ। ਅਸੀਂ ਤਾਂ ਆਪਣਾ ਸੰਸਾਰਕ ਦਖਲ ਉਹਦੇ ਵਿੱਚ ਪਾ ਦਿੱਤਾ ਹੈ ਕਿ ਜੀ ਇੰਝ ਹੋ ਜਾਏ, ਇੰਝ ਹੋ ਜਾਏ।
ਤਾਂ ਉਹਦੇ ਵਿੱਚ ਸ਼ਬਦ 3-4 ਸ਼ਬਦ ਬਣੇ, ਸਤ ਸੰਗਤ ਪ੍ਰੀਤ, ਸਿਮਰਨਮਈ ਜੀਵਨ, ਬੰਦਗੀ ਅਭਿਆਸ। ਇਹ 3 ਸ਼ਬਦ ਬੜੀ ਮਤਲਬ ਜਿੰਨੇ ਕੁ ਮੈਨੂੰ ਠੀਕ ਲੱਗੇ ਮੱਤ ਬੁੱਧ ਅਨੁਸਾਰ ਗੁਰੂ ਕਿਰਪਾ ਸਦਕਾ ਬਣੇ। ਤਾਂ ਇਹਦੇ ਵਿੱਚ ਉਹ ਸਮੁੱਚੀ ਭਾਵਨਾ ਸਰਮਤ ਹੈ। ਹੁਣ ਸਿਮਰਨਮਈ ਜੀਵਨ ਕਿਵੇਂ ਬਣੇ? ਹਰ ਵੇਲੇ ਅਸੀਂ ਬਾਣੀ ਨਹੀਂ ਪੜ੍ਹਦੇ, ਪਰ ਹਰ ਵੇਲੇ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਬਣ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਮਾਤਾ ਬੱਚੇ ਨੂੰ ਖਿਡਾ ਰਹੀ ਹੈ, ਉਹਦੀ ਇਸ ਕਿਰਿਆ ਨੂੰ ਵੀ ਸਿਮਰਨ ਰੂਪ ਦੇ ਵਿੱਚ ਮਾਣਿਆ ਜਾ ਸਕਦਾ ਹੈ। ਕਿਵੇਂ? ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ। ਦੇਖਣੀ ਹੈ ਕਿਰਿਆ, ਚਿੰਤਨ ਅੰਦਰ ਇਹ ਚੱਲਣਾ ਹੈ। ਇਸੇ ਪ੍ਰਕਾਰ ਮਤਲਬ ਜਿੰਨਾ ਵੀ ਹੈ ਸਾਰੇ ਪ੍ਰਕਾਰ ਕਰਕੇ ਤਾਂ ਜਿਵੇਂ ਸਤਿਗੁਰੂ ਸਾਹਿਬ ਜੀ ਪਾਣੀ ਦੀ ਦਾਤ ਹੈ, ਪਾਣੀ ਅਸੀਂ ਅਕਸਰ ਪੀਂਦੇ ਹਾਂ, ਤਾਂ ਗੁਰੂ ਸਾਹਿਬ ਜੀ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਮਤਲਬ ਜੋ ਵੀ ਜੀਵਨ ਦੀ ਕਿਰਿਆ ਜਦੋਂ ਪਰਮੇਸ਼ਰ ਦੀ ਸਮੁੱਚੇ ਬੰਦਗੀ ਅਭਿਆਸ ਵਿੱਚ ਢਲ ਜਾਂਦੀ ਹੈ ਤਾਂ ਹਰ ਪਲ ਉਹਦੀ ਯਾਦ ਬਣੀ ਰਹਿੰਦੀ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ, ਸਿਮਰਨ ਸਰਬੱਤਰ ਜੀਵਨ। ਔਰ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਸਿਮਰਨ ਦਾ ਸਭ ਤੋਂ ਵੱਡਾ ਮੁਕਾਮ ਸਾਡੇ ਜੀਵਨ ਦੇ ਵਿੱਚ ਪ੍ਰਤੱਖ ਕਰਕੇ ਦਿਖਾਇਆ। ਗੁਰੂ ਕੱਲ੍ਹ ਮੈਂ ਕਿਸੇ ਕਵੀ ਦੀ ਕੋਈ ਰਚਨਾ ਪੜ੍ਹ ਰਿਹਾ ਸਾਂ, ਤਾਂ ਉਹਦੇ ਵਿੱਚ ਉਹਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਨਾ ਸਰੀਰ ਦੇ ਉੱਪਰ ਤੱਤੀ ਰੇਤ ਪਾਈ ਗਈ, ਹੇਠੋਂ ਅੱਗ ਨਾਲ ਜਲਾਇਆ ਗਿਆ, ਪਰ ਉਹਨਾਂ ਦੇ ਸਿਮਰਨ ਦੇ ਬਣੇ ਹੋਏ ਜਬਤ ਨੇ ਉਹਨਾਂ ਦੇ ਅੰਦਰੋਂ ਇਹ ਭਾਵਨਾ ਪ੍ਰਗਟ ਕੀਤੀ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਕਿ ਉਹਦੇ ਧੀਰਜ ਦਾ, ਉਹਦੇ ਜਬਤ ਦਾ, ਉਹਦੀ ਸਹਿਣਸ਼ੀਲਤਾ ਦਾ ਮੁਕਾਮ ਐਡਾ ਵੱਡਾ ਬਣ ਜਾਂਦਾ ਹੈ ਕਿ ਸੰਸਾਰ ਦੀ ਕੋਈ ਹਸਤੀ ਉਹਨੂੰ ਡੁਲਾ ਨਹੀਂ ਸਕਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਲਬਦਿਅੰ ਸੰਤ ਸੰਗੇਣ ਨਾਨਕ ਸ਼ਵਸ਼ ਮਾਰਗ ਹਰ ਭਗਤਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਦੀ ਦਾਤ ਲੱਭਦੀ ਕਿੱਥੋਂ ਹੈ? ਹੁਣ ਤਾਂ ਚਲੋ ਬੜਾ ਕੁਝ ਬਦਲ ਗਿਆ, ਰਹਿ ਹੀ ਕੱਖ ਨਹੀਂ ਗਾ, ਬਦਲਣਾ ਤਾਂ ਕੀ ਸੀ। ਮਤਲਬ ਪਹਿਲਾਂ ਅਕਸਰ ਪਰਿਵਾਰਾਂ ਦੇ ਵਿੱਚ ਜਿੰਨਾ ਕੁ ਮੈਂ ਆਪਣੇ ਜੀਵਨ 'ਚ ਮਾਹੌਲ ਦੇਖਿਆ ਕਿ ਬਚਪਨ ਦੇ ਵਿੱਚ 6-7 ਸਾਲ ਦਾ ਬੱਚਾ ਹੁੰਦਾ ਸੀ ਤਾਂ ਬਾਕਾਇਦਾ ਕੋਈ ਨਗਰ ਦੇ ਵਿੱਚ ਬੰਦਗੀ ਵਾਲਾ ਅਭਿਆਸ ਵਾਲਾ ਬੰਦਾ ਹੁੰਦਾ ਸੀ, ਤਾਂ ਉਹਦੇ ਕੋਲੋਂ ਉਹਦਾ ਇੱਕ ਅੰਮ੍ਰਿਤ ਪਾਨ ਵਾਲੀ ਕਿਰਿਆ ਕਰਵਾਈ ਜਾਂਦੀ ਸੀ ਤਾਂ ਕਿ ਇਹਦੇ ਜੀਵਨ 'ਚ ਬੰਦਗੀ ਦਾ ਰੰਗ ਲੱਗੇ। ਹੁਣ ਇਹ ਗੱਲ ਤਾਂ ਇਹ ਹੈ ਕਿ ਜੇ ਹੁਣ ਜਿਵੇਂ ਇਸਲਾਮ ਵਾਲੇ ਸਾਡੇ ਨਾਲੋਂ ਥੋੜ੍ਹੇ ਜ਼ਿਆਦਾ ਚੰਗੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਬੱਚਾ ਹੁੰਦਾ ਉਹਨਾਂ ਚਿਰ ਬੱਚੇ ਲਾਗੇ ਸ਼ੋਰ ਨਹੀਂ ਕਰਦੇ ਜਿੰਨਾ ਚਿਰ ਉਹਨਾਂ ਦਾ ਮੌਲਵੀ ਆ ਕੇ ਬੱਚੇ ਦੇ ਕੰਨ 'ਚ ਪਾਕ ਕਲਮਾ ਨਾ ਪੜ੍ਹਦੇ। ਸਾਡਾ ਤਾਂ ਅਜੇ ਜੰਮਣ ਨੂੰ 2-3 ਸੈਕਿੰਡ ਹੁੰਦੇ ਨੇ, ਇੰਨਾ ਸ਼ੋਰ ਪਾ ਦਿੱਤਾ ਜਾਂਦਾ। ਮੈਂ ਕਈ ਵਾਰੀ ਦੇਖਿਆ ਸਾਨੂੰ ਬਖਸ਼ਿਸ਼ਾਂ ਦਾ ਜਬਤ ਵੀ ਮੰਨਣਾ ਨਹੀਂ ਆਉਂਦਾ। ਮਤਲਬ ਕੀ ਹੈ ਕਿ ਬਖਸ਼ਿਸ਼ ਹੋਈ ਹੈ ਔਰ ਕਿਉਂ ਨਹੀਂ ਮੰਨਣਾ ਆਉਂਦਾ? ਕਿਉਂਕਿ ਸੰਸਾਰੀ ਹੋ ਕੇ ਜਿਉਂ ਰਹੇ ਹਾਂ। ਬੱਚਾ ਪੈਦਾ ਹੋਇਆ, ਕੋਈ ਨਹੀਂ ਕਹਿੰਦਾ ਮਾਲਕ ਦੀ ਦਾਤ ਹੋਈ ਹੈ, ਕਿ ਸਾਡਾ ਬੱਚਾ ਹੋ ਗਿਆ, ਸਾਡਾ ਪੁੱਤਰ ਹੋ ਗਿਆ, ਧੀ ਹੋ ਗਈ। ਤਾਂ ਮੈਂ ਕਿਸੇ ਮੇਰੇ ਜਾਣਕਾਰ ਹੀ ਹਨ, ਉਹਨਾਂ ਨੇ 2 ਬੱਚਾ ਹੋ ਗਿਆ, 3-4 ਮਹੀਨੇ ਪਤਾ ਨਾ ਲੱਗਾ ਕਿਸੇ ਨੂੰ। ਤਾਂ ਮੈਂ ਸੁਭਾਵਕ ਉਹਨਾਂ ਦੇ ਗਿਆ, ਤਾਂ ਮੈਂ ਕਿਹਾ ਜੀ ਤੁਸੀਂ ਸਾਂਝਾ ਨਹੀਂ ਕੀਤਾ। ਕਹਿੰਦੇ ਘੱਟੋ ਘੱਟ 4 ਮਹੀਨੇ ਤਾਂ ਮਾਲਕ ਦਾ ਬਣ ਕੇ ਜਿਉਣ ਦਈਏ ਇਹਨੂੰ, ਬਾਅਦ 'ਚ ਤਾਂ ਆਪਣੀਆਂ ਮੋਹਰਾਂ ਲਾਈ ਜਾਣੀਆਂ, ਮੇਰਾ ਪੁੱਤਰ, ਮੇਰਾ ਭਤੀਜਾ, ਮੇਰਾ ਉਹ, ਮੇਰਾ ਵਾਹ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਸਰਬੱਤਰ ਜੀਵਨ, ਵੀ ਇਹ ਵੀ ਉਹਦੇ ਵਿੱਚ ਹੀ ਬਣਦਾ। ਅਤੇ ਲੱਭਦਿਅੰ ਸੰਤ ਸੰਗੇਣ ਨਾਨਕ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਮਰਨ ਦੀ ਦਾਤ ਕਿੱਥੋਂ ਲੱਭਦੀ ਹੈ? ਸਾਧ ਸੰਗਤ ਦੇ ਵਿੱਚ ਜਾ ਕੇ ਜਦੋਂ ਬੰਦਾ ਬਾਰ-ਬਾਰ ਸਿਮਰਨ ਦੇ ਸੰਬੰਧ ਵਿੱਚ ਸੁਣਦਾ ਹੈ ਤਾਂ ਫਿਰ ਉਹਨੂੰ ਪ੍ਰੇਰਨਾ ਉਪਜਦੀ ਹੈ ਕਿ ਵਾਕਿਆ ਇਹ ਕੋਈ ਕਰਨ ਵਾਲੀ ਗੱਲ ਹੈ। ਤਾਂ ਇਸੇ ਪ੍ਰਕਾਰ ਮੈਂ ਕਿਸੇ ਦਿਨ ਕਿਤੇ ਸਾਂਝਾ ਕੀਤਾ ਸੀ ਕਿ ਮੈਂ ਇੱਕ ਸਮੇਂ ਮੇਰੇ ਮਨ 'ਚ ਭਾਵਨਾ ਬਣੀ ਕਿ ਜਿਹੜੇ ਵੱਡੇ ਵਿਦਵਾਨ ਬੰਦੇ ਨੇ, ਬੰਦਗੀ ਵਾਲੇ ਬੰਦੇ, ਮੇਰੇ ਨਜ਼ਰੀਏ ਅਨੁਸਾਰ ਉਹਨਾਂ ਕੋਲ ਜਾ ਕੇ ਪੁੱਛਿਆ ਜਾਵੇ ਕਿ ਅੰਤਿਮ ਗੱਲ ਕਿਹੜੀ, ਹੁਣ ਕੀ ਯਤਨ ਕੀਤਾ ਜਾਵੇ। ਤਾਂ ਉਹਨਾਂ ਕੋਲ ਗਿਆ ਤਾਂ ਲਗਭਗ ਸਾਰਿਆਂ ਨੇ ਕਿਹਾ ਕਿ ਬਸ ਉਹਦਾ ਜਪ ਬਣਿਆ ਰਹੇ, ਉਹਦੀ ਯਾਦ ਹਰ ਵੇਲੇ ਬਣੀ ਰਹੇ। ਅਤੇ ਇਸ ਕਰਕੇ ਸਾਡੇ ਬੜੇ ਢੰਗ ਨੇ, ਕੀਰਤਨ ਸੁਣਨਾ, ਕੀਰਤਨ ਕਰਨਾ, ਪਾਠ ਕਰਨਾ। ਪਰ ਪਾਠ ਕਰਨ ਦੇ ਵਿੱਚ ਇੱਕ ਕਿਤੇ ਜਿੰਨਾ ਕਿ ਮੈਂ ਗਹਿਰਾ ਵਾਚਦਾ ਉਹਦੇ ਵਿੱਚ ਕਈ ਵਾਰੀ ਸਿਮਰਨ ਦਾ ਜਿਹੜਾ ਪੱਖ ਹੈ ਥੋੜ੍ਹਾ ਵੀਕ ਰਹਿ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਲੱਭਦਿਅੰ ਸੰਤ ਸੰਗੇਣ ਨਾਨਕ ਸ਼ਵਸ਼ ਮਾਰਗ ਹਰ ਭਗਤਨ ਹੈ। ਤਾਂ ਜਿਹੜਾ ਸਿਮਰਨਮਈ ਜੀਵਨ ਜਿਉਂਦਾ ਹੈ ਉਹਦਾ ਅੰਤਹਿਕਰਨ ਪੂਰੀ ਤਰ੍ਹਾਂ ਸ਼ੁੱਧ ਹੋ ਜਾਂਦਾ ਅਤੇ ਉਹਦੇ ਜੀਵਨ ਦੀ ਨਿਰਮਲਤਾ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹਰ ਭਗਤਨ ਹੈ, ਅਤੇ ਜਿਹੜੇ ਹਰੀ ਪਰਮੇਸ਼ਰ ਦੇ ਭਗਤ ਹੋ ਕੇ ਉਹਦੀ ਸਾਧਨਾ ਕਰਦੇ ਹਨ। ਇਸੇ ਕਰਕੇ ਗੁਰਬਾਣੀ 'ਚ ਅਸੀਂ ਰੋਜ਼ਾਨਾ ਸੋਦਰ ਦੀ ਬਾਣੀ 'ਚ ਪਾਕ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹੁਣ ਭਗਤ ਨੇ ਚਿੱਠੀ ਥੋੜ੍ਹਾ ਪਾਈ ਹੈ ਕਾਲ ਪੁਰਖ ਨੂੰ ਕਿ ਮੇਰੇ ਸੰਕਟ ਬਣ ਗਿਆ, ਜਾਂ ਫੋਨ ਲਗਾਇਆ, ਜਾਂ ਕੋਈ ਮੇਲ ਕੀਤੀ ਹੈ। ਕੇਵਲ ਉਹਦੇ ਹਿਰਦੇ ਅੰਦਰ ਜਿਹੜਾ ਵਿਆਪਕ ਮਾਲਕ ਹੈ ਉਹਦੀ ਯਾਦ ਨੂੰ ਪ੍ਰਤੱਖ ਕਰਕੇ ਉਹਨੇ ਆਰਾਧਿਆ ਹੈ, ਅਤੇ ਹੁਕਮ ਰੂਪ ਦੇ ਵਿੱਚ ਮਾਲਕ ਨੇ ਆਪਣੀ ਸਾਰੀ ਕਲਾ ਵਰਤਾ ਕੇ
ਉਹਦੀ ਰੱਖਿਆ ਕੀਤੀ ਹੈ। ਸੋ ਅੱਜ ਦੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਸਿਮਰਨ ਮਾਲਕ ਦੀ ਅਸਲ ਜਾਤ ਦਾ ਆਧਾਰ। ਇਸ ਕਰਕੇ ਭਾਈ ਆਨੰਦ ਲਾਲ ਜੀ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਫਰਮਾਉਂਦੇ ਹਨ, ਆ ਹਜੂਮੇ ਵੱਧ ਕੇ ਸ਼ੈਤਾਨੀ ਬਵਦ, ਆਖਰ ਸ਼ਿਕਾਰ ਤੂੰ ਬਾ ਮੌਲਾ ਬਵਦ। ਕਹਿੰਦੇ ਉਸ ਇਕੱਠ ਤੋਂ ਦੂਰ ਚਲਾ ਜਾ ਜਿਹੜਾ ਤੈਨੂੰ ਪਰਮੇਸ਼ਰ ਦੀ ਯਾਦ ਨਹੀਂ ਦਿਵਾਉਂਦਾ। ਅਤੇ ਇਸੇ ਪ੍ਰਕਾਰ ਹੁੰਦੀ ਜ਼ਿੰਦਗੀ ਜਾਤ ਅਸਤ ਨਿਜਦ ਆਕਲਾਂ, ਕਿ ਜੇ ਸਿਮਰਨ ਦੇ ਵਿੱਚ ਇੱਕ ਪਲ ਬਤੀਤ ਹੋ ਜਾਵੇ ਤੇ ਜ਼ਿੰਦਗੀ ਦੀ ਮਹਿਮਾ ਤਾਂ ਜੜੋਂ। ਤਾਂ ਇਸੇ ਕਰਕੇ ਗੁਰਬਾਣੀ 'ਚ ਤਾਂ ਹੀ ਕਿਹਾ, ਗੁਰੂ ਸਾਹਿਬ ਜੀ ਕਹਿੰਦੇ ਹਨ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਰਜਾਰੀ। ਜਾਂ ਗੌੜੀ ਰਾਜ ਇੱਕ ਸ਼ਬਦ ਆਉਂਦਾ, ਗੌਰ ਨਾਲ ਪੜ੍ਹਨਾ, ਉਹਦੇ ਵਿੱਚ ਬੜੇ ਤਰੀਕਿਆਂ ਦੱਸਿਆ ਗੁਰੂ ਸਾਹਿਬ ਜੀ ਨੇ। ਬਿਨ ਸਿਮਰਨ ਤੇਰੇ ਕਰਮ ਕਰਾਸ, ਬਿਨ ਸਿਮਰਨ ਤੇਰੇ ਕਰਮ ਸਰਾ, ਕਾਗ ਕੁਵਤਨ ਬਸ਼ਟਾ ਮੈਂ ਵਾਸ, ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਦ ਨਾ ਪਾਇਆ। ਬੜੇ ਨੁਕਤਿਆਂ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਸੁਚੇਤ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਸਾਡਾ ਜੀਵਨ ਸਿਮਰਨਮਈ ਬਣੇ, ਰਸਨਾ ਦੀ ਆਰਾਧਨਾ ਬਣੇ, ਮਨ ਦਾ ਚਿੰਤਨ ਬਣੇ, ਭਾਵਾਂ ਦਾ ਅਹਿਸਾਸ ਬਣੇ। ਤਾਂ ਇਸੇ ਪ੍ਰਕਾਰ ਅਸੀਂ ਗੁਰੂ ਕੀ ਕਿਰਪਾ ਨੂੰ ਮਾਣਦਿਆਂ ਹੋਇਆਂ ਸਿਮਰਨਮਈ ਜੀਵਨ ਦਾ ਮਾਰਗ ਅਖਤਿਆਰ ਕਰਕੇ ਸਦਾ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰਦੇ ਰਹੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਸ਼ਬਦ ਵਿਚਾਰ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਸਤਿਗੁਰੂ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।